मोह परम पै भूले, सुत दारा स्यों प्रीत लगाई। एक उत्तम पंथ सुन्यो गुर संगत, तह मिलंत जम त्रास मिटाई। एक अरदास पाठ कीरत की, गुरु रामदास राखो सरनाई। हऊँ अपराधी गुनहगार हऊँ बेमुख मंदा, चोर यार जुआर हूँ पर कर जो हंदा। निंदक दुष्ट हराम खोर, ठग देश ठगंदा। काम क्रोध मद लोभ मोह, अहंकार करंदा। विश्वास घाटी अकिरत कण, मैं कोय न रखंदा। सिमर मुरीदा ढाडियाँ, सतगुर बख्शंदा। डंडौत बंदन अनक बार, सर्व कला समरथ। डोलन ते रखो प्रभु, नानक दे कर हथ। डोलन ते रखो प्रभु, नानक दे कर हथ। हे प्राणनाथ गोबिंदे, कृपा निधान जगत गुरु। हे संसार ताप हरणे, करुणा में सब दुख हरो। हे शरण जोग दयाले, दीनानाथ मया करो। शरीर स्वस्थ खेण समय, सिमरंत नानक राम दामोदर माधवे। सतनाम श्री वाहेगुरु जी। राग सोराठ भूखे भगत ना की जाय, यह माला अपनी ली जाय। हाव मांगो संतन रे नाम, मैं नाही किसी का देना। भूखे भगत ना की जाय, यह माला अपनी ली जाय। हाव मांगो संतन रे नाम, मैं नाही किसी का देना। माधो कैसी बनाए तुम संगे, आप ना देहो ताले वो मंगे। रहाओ
दोए सिर मांगो चूना, पाओ कियो संग लूना। अध शेर मांगो दाले, मोको दोनों वक्त जिवाले। खाट मांगो चौपाई, सिरहाना अवर तुलाई। ऊपर का मांगो खींधा, तेरी भगत करा जन थींधा। मैं नाही कीता लबो, इक नाव तेरा मैं फब्बो। काहे कबीर मन मानिया, मन मानिया तो हार जानिया। मैं नाही कीता लबो, इक नाव तेरा मैं फब्बो। काहे कबीर मन मानिया, मन मानिया तो हार जानिया। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ, ਪਾਵਨ ਪਵਿੱਤਰ ਸਥਾਨ ਤਖਤ ਸਾਹਿਬ ਦੇ ਉੱਪਰ ਆਪ ਸਾਰੇ ਹਾਜ਼ਰੀਆਂ ਭਰ ਰਹੇ ਹੋ। ਜਿਸ ਪਾਵਨ ਸਥਾਨ ਤੇ ਮੇਰੇ ਸਤਿਗੁਰਾਂ ਨੇ ਹੁਕਮ ਕੀਤਾ, ਆਗਿਆ ਪਈ ਅਕਾਲ ਕੀ, ਤਬੇ ਚਲਾਇਓ ਪੰਥ। ਸਭ ਸਿੱਖਨ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇਹ। ਜੋ ਪ੍ਰਭ ਕੋ ਮਿਲਬੋ ਚਾਹੇ, ਖੋਜ ਸ਼ਬਦ ਮੈਂ ਲੇਹ। ਹੁਕਮ ਕੀਤਾ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ। ਸਿੱਖ ਨੇ ਅਗਰ ਰੱਬ ਦੀ ਪ੍ਰਾਪਤੀ ਕਰਨੀ ਹੈ ਤਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਕਰਿਓ। ਹੋਰ ਕਿਧਰੋਂ ਰੱਬ ਦੀ ਪ੍ਰਾਪਤੀ ਨਹੀਂ ਹੋ ਸਕਦੀ ਹੈ। ਸੋ ਇਸ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜੋ ਲੜੀਵਾਰ ਕਥਾ ਚੱਲ ਰਹੀ ਹੈ, ਅੱਜ ਦਾ ਪਾਵਨ ਸ਼ਬਦ ਜੋ ਸਤਿਗੁਰਾਂ ਨੇ ਸਾਡੀ ਝੋਲੀ ਵਿੱਚ ਪਾਇਆ ਹੈ, ਤੁਛ ਬੁੱਧੀ ਅਨੁਸਾਰ, ਉਸ ਦੀ ਵਿਚਾਰ ਆਪ ਜੀ ਦੇ ਸਨਮੁਖ ਰੱਖ ਸਕਾਂ। ਇੱਕ ਵਾਰੀ ਪਿਆਰ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਜੀ। ਹਾਂਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਰਾਗ ਸੋਰਠ। ਸੋਰਠ ਰਾਗ ਦੇ ਅੰਦਰ ਇਹ ਸੌਰਾਸ਼ਟਰ ਦਾ ਰਾਗ ਹੈ। ਇਸ ਪਾਵਨ ਰਾਗ ਦੇ ਵਿੱਚ ਜੋ ਸ਼ਬਦ ਉਚਾਰਨ ਕੀਤਾ ਹੈ, ਉਹ ਭਗਤ ਕਬੀਰ ਸਾਹਿਬ ਜੀ ਦੀ ਰਚਨਾ ਤੋਂ ਜਗਤ ਦੇ ਉਧਾਰ ਵਾਸਤੇ ਪ੍ਰਗਟ ਹੋਇਆ ਹੈ। ਹਾਂਜੀ, ਭੂਖੇ ਭਗਤ ਨਾ ਕੀਜੈ, ਭੂਖੇ ਭਗਤ ਨਾ ਕੀਜੈ। ਭਗਤੀ ਇੱਕ ਪ੍ਰਮਾਤਮਾ ਦੀ ਪ੍ਰਾਪਤੀ ਦਾ ਸਾਧਨ ਹੈ। ਰੱਬ ਨੂੰ ਪ੍ਰਾਪਤ ਕਰੋਗੇ, ਕਿਵੇਂ ਕਰੋਗੇ ਤੁਸੀਂ? ਭਗਤੀ ਦੁਆਰਾ ਅਸੀਂ ਪ੍ਰਮਾਤਮਾ ਦੀ ਪ੍ਰਾਪਤੀ ਕਰ ਸਕਦੇ ਹਾਂ। ਵਿਦਵਾਨਾਂ ਨੇ 9 ਪ੍ਰਕਾਰ ਦੀ ਭਗਤੀ ਮੰਨੀ ਹੈ, ਪਰ ਭਗਤ ਕਬੀਰ ਸਾਹਿਬ ਕਹਿੰਦੇ ਨੇ ਕਿ ਭੁੱਖੇ ਭਗਤ ਨਾ ਕੀਜੇ। ਭੁੱਖਿਆਂ ਰਹਿ ਕੇ ਹੇ ਪ੍ਰਮਾਤਮਾ ਤੇਰੀ ਭਗਤੀ ਨਹੀਂ ਕੀਤੀ ਜਾ ਸਕਦੀ ਹੈ। ਭੁੱਖ ਇੱਕ ਪ੍ਰਕਾਰ ਦੀ ਨਹੀਂ ਹੈ। ਅੱਖਾਂ ਦੀ ਭੁੱਖ ਕੁਝ ਹੋਰ ਹੈ, ਨਾਸਕਾਂ ਦੀ ਭੁੱਖ ਕੁਝ ਹੋਰ ਹੈ, ਕੰਨਾਂ ਦੀ ਭੁੱਖ ਕੁਝ ਹੋਰ ਹੈ, ਰਸਨਾਂ ਦੀ ਭੁੱਖ ਕੁਝ ਹੋਰ ਹੈ, ਸਰੀਰ ਦੀ ਭੁੱਖ ਕੁਝ ਹੋਰ ਹੈ, ਮਨ ਦੀ ਭੁੱਖ ਕੁਝ ਹੋਰ ਹੈ। ਇੰਜ ਕਹਿ ਲਓ ਕਿ ਜਿਤਨੇ ਇੰਦਰੇ ਨੇ ਸਾਡੇ, ਹਰ ਇੰਦਰੇ ਦੀ ਵੱਖ-ਵੱਖ ਭੁੱਖ ਹੈ, ਪਰ ਮੂਲ ਰੂਪ ਦੇ ਵਿੱਚ ਮਨੁੱਖ ਦੇ ਅੰਦਰ ਭੁੱਖ ਕੀ ਹੈ? ਰੋਟੀ ਦੀ ਭੁੱਖ ਹੈ। ਭੁੱਖੇ ਭਗਤ ਨਾ ਕੀਜੈ।
ਭੁੱਖ ਤੋਂ ਬਿਨਾਂ ਭੁੱਖਿਆਂ ਰਹਿ ਕੇ ਉਸ ਪਰਮੇਸ਼ਰ ਦੀ ਪਰਿਪੂਰਨ ਪਰਮਾਤਮਾ ਦੀ ਪ੍ਰਾਪਤੀ ਨਹੀਂ ਕੀਤੀ ਜਾ ਸਕਦੀ ਹੈ। ਜਦੋਂ ਇਸ ਪਾਵਨ ਸ਼ਬਦ ਦੇ ਮੈਂ ਅਰਥ ਪੜ੍ਹ ਰਿਹਾ ਸਾਂ ਨਾ, ਇਸ ਤਰ੍ਹਾਂ ਮਹਿਸੂਸ ਹੁੰਦਾ ਪਿਆ ਸੀ ਜਿਵੇਂ ਸਿੱਧੀ ਰੱਬ ਨਾਲ ਗੱਲ ਹੁੰਦੀ ਪਈ ਹੈ। ਮੈਂ ਕਿਸੇ ਧਾਰਮਿਕ ਗ੍ਰੰਥ ਦਾ ਨਿੰਦਕ ਨਹੀਂ ਹਾਂ, ਨਾ ਹੀ ਸਾਡੇ ਗੁਰੂਆਂ ਨੇ ਸਾਨੂੰ ਸਿਖਾਇਆ ਹੈ। ਅਸੀਂ ਸਾਰਿਆਂ ਦਾ ਸਤਿਕਾਰ ਕਰਦੇ ਹਾਂ, ਪਰ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਵਾਧਾ ਹੈ, ਅਸੀਂ ਉਸ ਨੂੰ ਕਹਿਣ ਤੋਂ ਸੰਕੋਚ ਵੀ ਨਹੀਂ ਕਰ ਸਕਦੇ ਹਾਂ। ਵੇਖੋ, ਕਿਸੇ ਦੀ ਲਕੀਰ ਛੋਟੀ ਹੈ ਤੇ ਉਸ ਵਿੱਚ ਸਾਡਾ ਕੋਈ ਕਸੂਰ ਨਹੀਂ ਹੈ, ਪਰ ਜੋ ਸਾਡੀ ਲੀਕ ਵੱਡੀ ਹੈ, ਅਸੀਂ ਉਸ ਨੂੰ ਕਹਿਣ ਤੋਂ ਸੰਕੋਚ ਵੀ ਨਹੀਂ ਕਰ ਸਕਦੇ ਹਾਂ। ਦੁਨੀਆ ਦੇ ਤਮਾਮ ਗ੍ਰੰਥਾਂ ਦੇ ਵਿੱਚ ਰੱਬ ਦੀ ਗੱਲ ਲਿਖੀ ਹੈ। ਉਹ ਰੱਬ ਕੈਸਾ ਹੈ, ਉਹਦੇ ਗੁਣ ਕੀ ਨੇ, ਉਹਨੂੰ ਪ੍ਰਾਪਤ ਕਿਵੇਂ ਕੀਤਾ ਜਾ ਸਕਦਾ ਹੈ। ਤਮਾਮ ਗ੍ਰੰਥਾਂ ਦੇ ਵਿੱਚ ਰੱਬ ਦੀ ਗੱਲ ਲਿਖੀ ਹੈ, ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ ਸਿੱਧੀ ਰੱਬ ਦੇ ਨਾਲ ਗੱਲਬਾਤ ਕੀਤੀ ਹੈ। ਇਹ ਜੋ ਭਗਤ ਕਬੀਰ ਸਾਹਿਬ ਦਾ ਸ਼ਬਦ ਹੈ ਨਾ, ਰੱਬ ਦੇ ਨਾਲ ਗੱਲ ਹੁੰਦੀ ਪਈ ਵੀ ਹੈ ਪਰਮਾਤਮਾ ਭੁੱਖੇ ਭਗਤ ਨਾ ਕੀਜੇ, ਭੁੱਖਿਆਂ ਰਹਿ ਕੇ ਤੇਰੀ ਭਗਤੀ ਨਹੀਂ ਕੀਤੀ ਜਾ ਸਕਦੀ ਹੈ। ਪਰ ਹੋਰ ਅਸੀਂ ਕਈ ਧਰਮ ਵੇਖੀਏ ਨਾ, ਉਹਨਾਂ ਵਿੱਚ ਤਾਂ ਭੁੱਖਿਆਂ ਰਹਿਣ ਦੀ ਮਰਿਆਦਾ ਉਹਨਾਂ ਨੇ ਬਣਾਈ ਹੋਈ ਹੈ। ਵਰਤ ਰੱਖੋ, ਰੋਜ਼ੇ ਰੱਖੋ, ਔਰ ਜਿਹੜਾ ਨਹੀਂ ਰੱਖਦਾ ਉਹਨੂੰ ਬਹੁਤ ਵੱਡਾ ਗੁਨਾਹਗਾਰ ਸਾਬਿਤ ਕੀਤਾ ਗਿਆ ਹੈ। ਚਲੋ ਮੈਂ ਫਿਰ ਦੁਹਰਾ ਦੇਣਾ ਤੇ ਤੁਹਾਡੇ ਕੋਲੋਂ ਮਾਫੀ ਵੀ ਮੰਗ ਲੈਣਾ। ਅਸੀਂ ਆਪਣੇ ਗੁਆਂਢੀਆਂ ਕੋਲੋਂ ਕੀ ਲੈਣਾ? ਉਹ ਜੋ ਮਰਜ਼ੀ ਇਹ ਕਰੀ ਜਾਣ, ਪਰ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮੱਥਾ ਟੇਕਦੇ ਪਏ ਹਾਂ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਅਸੀਂ ਸਿੱਖ ਹਾਂ। ਜੋ ਸਤਿਗੁਰਾਂ ਨੇ ਸਾਨੂੰ ਹੁਕਮ ਦਿੱਤਾ ਨਾ, ਅਸੀਂ ਉਹਦੇ ਉੱਤੇ ਚੱਲਣਾ ਹੈ। ਮਹਾਰਾਜ ਦੀ ਬਾਣੀ ਕਹਿੰਦੀ ਹੈ ਕਿ ਅੰਨ ਛੋੜ ਕਰੇ ਪਾਖੰਡ, ਨਾ ਸੁਹਾਗਣ ਨਾ ਉਹ ਰੰਡ। ਮਹਾਰਾਜ ਕਹਿੰਦੇ ਨੇ ਅੰਨ ਛੋੜ ਦੇਂਗਾ ਤਾਂ ਕੀ ਕਰ ਲਵੇਂਗਾ ਤੂੰ? ਕਿਆ ਅੰਨ ਛੋੜਨ ਦੇ ਨਾਲ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ? ਐਸੇ ਬਹੁਤ ਸਾਰੇ ਜੀਵ ਨੇ ਜਿਹੜੇ 6 ਮਹੀਨਿਆਂ ਦੇ ਵਿੱਚ ਸਿਰਫ ਇੱਕ ਵਾਰੀ ਖਾਂਦੇ ਨੇ, ਬਾਕੀ ਸਮਾਂ ਇਸ ਤਰ੍ਹਾਂ ਹੀ ਰਹਿੰਦੇ ਨੇ। ਸਾਲ ਵਿੱਚ ਸਿਰਫ 2 ਵਾਰੀ ਖਾਂਦੇ ਨੇ, ਤਾਂ ਕਿਆ ਉਹਨਾਂ ਨੂੰ ਰੱਬ ਮਿਲ ਗਿਆ ਵੇ? ਤੂੰ ਇੱਕ ਦਿਨ ਭੁੱਖਾ ਰਹਿ ਕੇ ਕਿਆ ਰੱਬ ਦੀ ਪ੍ਰਾਪਤੀ ਕਰ ਸਕਦਾ ਹੈ? ਪਰ ਸਾਡੇ ਲੋਕ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਉਪਦੇਸ਼ ਦਿੰਦੇ ਨੇ, ਉਹਨੂੰ ਇੱਕ ਕੰਨ ਤੋਂ ਸੁਣਦੇ ਨੇ, ਦੂਜੇ ਤੋਂ ਬਾਹਰ ਕੱਢ ਦਿੰਦੇ ਨੇ। ਸਾਡੇ ਲੋਕ ਜਿਹੜੇ ਕੰਮ ਨੂੰ ਸਤਿਗੁਰਾਂ ਨੇ ਮਨਾ ਕੀਤਾ, ਕੁਛ ਇੱਕ ਗੁਰਮੁਖ ਪਿਆਰਿਆਂ ਨੂੰ ਛੋੜ ਕੇ ਬਾਕੀ ਜਦੋਂ ਅਸੀਂ ਨਜ਼ਰ ਮਾਰਦੇ ਹਾਂ ਨਾ, ਜੋ ਸਤਿਗੁਰਾਂ ਨੇ ਮਨਾ ਕੀਤਾ ਅਸੀਂ ਸਾਰੇ ਕੰਮ ਕਰੀ ਜਾਂਦੇ ਹਾਂ। ਅਸੀਂ ਮੱਥਾ ਵੀ ਟੇਕੀ ਜਾਂਦੇ ਹਾਂ, ਪ੍ਰਕਰਮਾ ਵੀ ਕਰੀ ਜਾਂਦੇ ਹਾਂ, ਬਾਣੀ ਵੀ ਪੜ੍ਹੀ ਜਾਂਦੇ ਹਾਂ, ਕਥਾ ਕੀਰਤਨ ਵੀ ਸੁਣੀ ਜਾਂਦੇ ਹਾਂ, ਪਰ ਜੋ ਸਾਡੇ ਮਨ ਵਿੱਚ ਆਉਂਦਾ ਅਸੀਂ ਉਹੀ ਕੁਝ ਕਰੀ ਜਾਂਦੇ ਹਾਂ। ਵੇਖੋ, ਭਗਤ ਕਬੀਰ ਸਾਹਿਬ ਦੀ ਆਪਣੀ ਬਾਣੀ ਹੈ। ਕਬੀਰ ਸਾਹਿਬ ਕਹਿੰਦੇ ਨੇ ਕਿ ਕਬੀਰ ਹਰਿ ਕਾ ਸਿਮਰਨ ਛਾੜ ਕੇ, ਆਹੋਈ ਰਾਖੇ ਨਾਰ, ਗਦਹੀ ਹੋਏ ਕੇ ਅਵਤਰੇ, ਭਾਰ ਸਹੇ ਮਨ ਚਾਰ। ਵੇਖੋ, ਮੈਂ ਸਿਰਫ ਗੁਰਬਾਣੀ ਦਾ ਖੁਲਾਸਾ ਕਰਦਾ ਪਿਆ, ਆਪਣੇ ਵੱਲੋਂ ਮੈਂ ਤੁਹਾਨੂੰ ਕੋਈ ਗੱਲ ਨਹੀਂ ਕਹਿਣੀ ਹੈ। ਜੋ ਬਾਣੀ ਦਾ ਉਪਦੇਸ਼ ਹੈ ਨਾ, ਮੈਂ ਸਿਰਫ ਉਹੀ ਤੁਹਾਡੇ ਸਾਹਮਣੇ ਰੱਖਣਾ ਹੈ ਬਸ। ਕਬੀਰ ਸਾਹਿਬ ਕਹਿੰਦੇ ਨੇ ਕਿ ਇੱਕ ਪਰਮਾਤਮਾ ਦੇ ਨਾਮ ਦਾ ਸਿਮਰਨ ਛੋੜ ਕੇ, ਆਹੋਈ ਕਹਿੰਦੇ ਨੇ ਵਰਤ ਰੱਖਣਾ, ਆਹੋਈ ਰਾਖੇ ਨਾਰ। ਇਹ ਥੋੜਾ ਸਮਾਂ ਬੀਤ ਜਾਣਾ ਹੈ ਨਾ, ਫਿਰ ਤੁਸੀਂ ਦੇਖਣਾ ਸਰਾਧ ਆ ਜਾਣਗੇ, ਤੇ ਫਿਰ ਉਸ ਤੋਂ ਬਾਅਦ ਕਰਵਾ ਚੌਥ ਆ ਜਾਏਗੀ,
ਤੇ ਭਾਵੇਂ ਕਬੀਰ ਸਾਹਿਬ ਕਹਿਣ ਕਿ ਵਰਤ ਰੱਖਣ ਵਾਲੀ ਇਸਤਰੀ, ਉਹਦਾ ਅਗਲਾ ਜਿਹੜਾ ਜਨਮ ਹੈ ਨਾ ਉਹ ਗਧੀ ਦਾ ਹੋਣਾ ਹੈ ਤੇ 4 ਮਣ ਭਾਰ ਉਹਦੇ ਉੱਤੇ ਲੱਦਿਆ ਜਾਣਾ ਹੈ। ਮੈਂ ਸਿਰਫ ਕਬੀਰ ਸਾਹਿਬ ਦੇ ਸ਼ਲੋਕ ਦੇ ਅਰਥ ਤੁਹਾਡੇ ਸਾਹਮਣੇ ਰੱਖਦਾ ਪਿਆ। ਇੱਕ ਪਰਮਾਤਮਾ ਦਾ ਸਿਮਰਨ ਛੋੜ ਕੇ ਜਿਹੜੀ ਇਸਤਰੀ ਵਰਤ ਰੱਖਦੀ ਹੈ, ਕਬੀਰ ਸਾਹਿਬ ਕਹਿੰਦੇ ਨੇ ਉਹਦਾ ਅਗਲਾ ਜਨਮ ਖੋਤੀ ਦਾ ਹੋਣਾ ਹੈ ਤੇ 4 ਮਣ ਭਾਰ ਉਹਦੇ ਉੱਤੇ ਰੱਖਿਆ ਜਾਣਾ ਹੈ। ਸਾਡੇ ਲੋਕ ਫਿਰ ਵੀ ਵਰਤ ਰੱਖਦੇ ਨੇ, ਚਲੋ ਵਰਤ ਰੱਖਦੇ ਨੇ, ਕੋਈ ਗੱਲ ਨਹੀਂ ਹੈ, ਪਰ ਕਿਆ ਵਰਤ ਰੱਖਣ ਦੇ ਨਾਲ ਜਿਸ ਦਿਨ ਅਸੀਂ ਭੁੱਖੇ ਰਹਿੰਦੇ ਹਾਂ, ਕਿਆ ਸਾਨੂੰ ਪਰਮਾਤਮਾ ਚੇਤੇ ਆਉਂਦਾ? ਕਿਆ ਰੱਬ ਦੀ ਯਾਦ ਆਉਂਦੀ ਹੈ? ਮੈਂ ਵੇਖਿਆ ਨੇ ਬਹੁਤ ਸਾਰੀਆਂ ਇਸਤਰੀਆਂ ਨੂੰ, ਕਿਉਂਕਿ ਸਾਡਾ ਰਹਿਣਾ ਰਾਜਸਥਾਨ ਵਿੱਚ, ਔਰ ਉਹ ਲੋਕ ਬਹੁਤ ਕਰਵਾ ਚੌਥ ਨੂੰ ਮੰਨਦੇ ਨੇ, ਵਰਤ ਰੱਖਦੇ ਨੇ। ਸਵੇਰੇ ਉੱਠ ਕੇ ਸਾਰਾ ਦਿਨ ਵਿੱਚ ਇਤਨਾ ਭੋਜਨ ਮਨੁੱਖ ਨੇ ਨਹੀਂ ਖਾਣਾ ਹੁੰਦਾ ਜਿਤਨਾ ਸਵੇਰੇ 4 ਵਜੇ ਉੱਠ ਕੇ ਖਾ ਲੈਂਦੀਆਂ ਨੇ। ਸਾਰਾ ਦਿਨ ਫਿਰ ਭੁੱਖੇ ਰਹਿਣਾ। ਤੇ ਜਦੋਂ ਉਹਨਾਂ ਦੀਆਂ ਗੱਲਾਂ ਬਾਤਾਂ ਅਸੀਂ ਸੁਣੀਏ ਨਾ, ਤਾਂ ਇਹੀ ਮੂੰਹ ਚੋਂ ਨਿਕਲਦਾ, ਅੱਜ ਕਰਵਾ ਚੌਥ ਦਾ ਵਰਤ ਹੈ, ਅੱਜ ਰੋਟੀ ਨਹੀਂ ਖਾਧੀ, ਅੱਜ ਸਰੀਰ ਢਿੱਲਾ ਹੋਇਆ, ਕੰਮ ਨਹੀਂ ਹੁੰਦਾ ਪਿਆ, ਸੁਸਤੀ ਆਉਂਦੀ ਪਈ ਹੈ, ਕੋਈ ਰੱਬ ਚੇਤੇ ਨਹੀਂ ਆਉਂਦਾ ਹੈ, ਰੋਟੀ ਯਾਦ ਆਉਂਦੀ ਹੈ, ਬਸ ਸਿਰਫ ਰੋਟੀ ਯਾਦ ਆਉਂਦੀ ਹੈ। ਤੇ ਇੱਕ ਦੋ ਨੂੰ ਤੇ ਮੈਂ ਪੁੱਛਿਆ ਵੀ ਸੀ ਵੀ ਇਹ ਵਰਤ ਕਿਉਂ ਰੱਖੇ ਜਾਂਦੇ ਨੇ, ਕਿਉਂ ਰੱਖਦੇ ਹੋ ਤੁਸੀਂ? ਕਹਿੰਦੇ ਨੇ ਇੱਕ ਦਿਨ ਵਰਤ ਰੱਖਣ ਦੇ ਨਾਲ ਸਾਡੇ ਪਤੀ ਦੀ ਉਮਰ ਲੰਬੀ ਹੁੰਦੀ ਹੈ, ਉਮਰ ਲੰਬੀ। ਤੇ ਮੈਂ ਕਿਹਾ ਇੱਕ ਦਿਨ ਵਰਤ ਕੀ ਰੱਖਣਾ, ਫਿਰ ਸਾਰੀ ਜ਼ਿੰਦਗੀ ਦਾ ਵਰਤ ਰੱਖੋ, ਪਤੀ ਤੁਹਾਡਾ ਕਦੀ ਮਰੇ ਹੀ ਨਾ ਫਿਰੋ। ਤੇ ਜੇ ਉਮਰ ਵੱਧ ਸਕਦੀ ਹੈ ਵਰਤ ਰੱਖਣ ਦੇ ਨਾਲ, ਤਾਂ ਜਿਹੜੇ ਹਸਪੀਟਲਾਂ ਦੇ ਵਿੱਚ ਵਿਚਾਰੇ ਬਿਮਾਰੀਆਂ ਦੇ ਨਾਲ ਮਰਦੇ ਪਏ ਨੇ, ਉਹਨਾਂ ਨੂੰ ਜਾ ਕੇ ਆਖੋ ਇਲਾਜ ਕਰਾਉਣ ਦੀ ਕੋਈ ਲੋੜ ਨਹੀਂ ਹੈ, ਵਰਤ ਰੱਖੋ, ਉਮਰ ਤੁਹਾਡੀ ਆਪੇ ਹੀ ਵੱਡੀ ਹੋ ਜਾਏਗੀ। ਉਮਰ ਹੀ ਵਧਾਣੀ ਹੈ ਨਾ, ਇਲਾਜ ਕਰਾਉਣ ਦਾ ਮਤਲਬ ਕੀ ਹੈ? ਬੰਦਾ ਮਰੇ ਨਾ, ਉਹਦੀ ਉਮਰ ਵੱਡੀ ਹੋ ਜਾਵੇ, ਇਤਨੀ ਗੱਲ ਹੈ। ਫਿਰ ਹਸਪੀਟਲ ਵਿੱਚ ਜਾਣ ਦੀ ਕੀ ਲੋੜ ਹੈ? ਡਾਕਟਰਾਂ ਕੋਲ ਜਾਣ ਦੀ ਕੀ ਲੋੜ ਹੈ? 364 ਦਿਨ ਤੱਕ ਘਰ ਵਾਲੀ ਪਤੀ ਨੂੰ ਭਾਵੇਂ ਜੀਣ ਨਾ ਦਿੰਦੀ ਹੋਵੇ, 100 ਗਾਲਾਂ ਕੱਢਦੀ ਹੋਵੇ, ਕਰਵਾ ਚੌਥ ਵਾਲੇ ਦਿਨ ਵਰਤ ਰੱਖਦੀ ਹੈ ਵੀ ਇਹਦੀ ਉਮਰ ਲੰਬੀ ਹੋਵੇ। ਹੱਦ ਹੋ ਗਈ ਹੈ। ਔਰ ਫਿਰ ਹਿੰਦੂ ਲੋਕ ਵਰਤ ਰੱਖਦੇ ਨੇ, ਉਮਰ ਵੱਡੀ ਹੋਵੇ, ਮੁਸਲਮਾਨ ਤੇ ਨਹੀਂ ਰੱਖਦੇ ਆਪਣੇ ਪਤੀ ਵਾਸਤੇ, ਉਹ ਰੋਜ਼ੇ ਰੱਖਦੇ ਨੇ ਆਪਣੇ ਖੁਦਾ ਵਾਸਤੇ, ਉਹਨਾਂ ਦਾ ਤਰੀਕਾ ਕੁਝ ਹੋਰ ਹੈ। ਤਾਂ ਫਿਰ ਬਾਕੀ ਵਿਚਾਰਿਆਂ ਦੇ ਪਤੀ ਕੀ ਕਰਨਗੇ? ਫਿਰ ਉਹ ਤੇ ਐਵੇਂ ਹੀ ਮਰ ਜਾਣਗੇ ਵਿਚਾਰੇ, ਤੁਹਾਡਿਆਂ ਦੀ ਉਮਰ ਲੰਬੀ ਹੋ ਜਾਣੀ ਹੈ। ਮੈਂ ਅਰਜ਼ ਕਰਾਂ ਕਿ ਮਨੋਵਿਗਿਆਨਿਕ ਜਿਹੜੇ ਮਨ ਨੂੰ ਪੜ੍ਹਦੇ ਨੇ, ਇਸ ਪਾਵਨ ਸ਼ਬਦ ਦੀਆਂ ਜਦੋਂ ਅਸੀਂ ਆਖਰੀ ਪੰਕਤੀਆਂ ਪੜ੍ਹਾਂਗੇ ਨਾ ਕਬੀਰ ਸਾਹਿਬ ਦੀਆਂ, ਕਹੇ ਕਬੀਰ ਮਨ ਮਾਨਿਆ ਤਉ ਹਰ ਜਾਣਿਆ। ਮਨ ਦੀ ਖੇਡ ਬੜੀ ਹੈ, ਮਨ ਮੰਨੇ तो परमात्मा है, ना ਮੰਨੇ तो मन कुछ भी नहीं है। ਮਨੋਵਿਗਿਆਨਿਕ ਜੋ ਸਾਡੇ ਮਨ ਨੂੰ ਪੜ੍ਹਦੇ ਨੇ, ਜਿਨ੍ਹਾਂ ਨੇ ਸਟੱਡੀ ਕੀਤੀ ਹੈ ਸਾਡਾ ਮਨ ਕੀ ਕਰਦਾ ਪਿਆ ਹੈ, ਕਹਿੰਦੇ ਨੇ ਜਿਸ ਦਿਨ ਬੰਦੇ ਨੂੰ ਰੋਟੀ ਨਾ ਮਿਲੇ, ਉਸ ਦਿਨ ਬੰਦਾ ਜਦੋਂ ਬਾਜ਼ਾਰ ਦੇ ਵਿੱਚੋਂ ਲੰਘਦਾ ਹੈ ਨਾ, ਉਹਦੀਆਂ ਜਿਹੜੀਆਂ ਅੱਖਾਂ ਨੇ ਉਹ ਖਾਣ ਵਾਲੀਆਂ ਚੀਜ਼ਾਂ ਦੇ ਉੱਤੇ ਆਪੇ ਚਲੀਆਂ ਜਾਂਦੀਆਂ, ਕੁਝ ਕਰਨਾ ਨਹੀਂ ਪੈਂਦਾ ਹੈ। ਉਹਨੂੰ ਹੋਟਲ ਦਿਖਾਈ ਦੇਣਗੇ, ਉਹਨੂੰ ਖਾਣ ਵਾਲੀਆਂ ਵਸਤੂਆਂ ਦੇ ਚੇਤੇ ਆਵੇਗਾ, ਕੋਈ ਰੱਬ ਚੇਤੇ ਨਹੀਂ ਆਉਂਦਾ ਹੈ ਭੁੱਖਿਆਂ ਰਹਿਣ ਦੇ ਨਾਲ। ਇੱਕ ਵਿਦਵਾਨ ਹੋਇਆ ਖਲੀਲ ਜਿਬਰਾਨ ਉਹਦਾ ਨਾਮ ਹੈ, ਉਹਨੇ ਬਹੁਤ ਸਾਰੀਆਂ ਕਹਾਣੀਆਂ ਲਿਖੀਆਂ ਨੇ, ਔਰ ਉਹ ਕਹਾਣੀਆਂ ਲਿਖੀਆਂ ਜੋ ਉਹਦੇ ਆਪਣੇ ਮਨ ਦੇ ਉੱਪਰੋਂ ਵਾਪਰੀਆਂ। ਕਹਿੰਦਾ ਇੱਕ ਦਿਨ ਮੈਂ ਜੰਗਲ ਦੇ ਵਿੱਚ ਗਿਆ, ਸੈਰ ਕਰਦਾ ਕਰਦਾ ਜੰਗਲ ਦੇ ਵਿੱਚ ਪੰਛੀਆਂ ਨੂੰ ਦੇਖਦਾ, ਦਰਖਤਾਂ ਨੂੰ ਵੇਖਦਾ,
विचार करदा करदा मैं इतना मशगूल हो गया कि बहुत गहरे जंगल में चला गया। जदों काफ़ी मैं अंदर चला गया ना, कहंदे मैनू पता ही नहीं चलिया कि शाम का वक्त हो गया। वापस घर जाना मुश्किल हो गया क्योंकि जंगल बड़ा लंबा सी, मैं बड़ा गहरा चला गया, काफ़ी अंदर निकल गया। मैं सोचा भी किधरे रात नूं कोई जंगली जानवर मैनू ना खा लवे। कहंदा मैं एक उच्चे दरखत दे उत्ते चढ़ गया और सब तो उच्ची टाणी दे उत्ते जाके बह गया भी किसी जानवर दा खतरा न रहे। कहंदे पूर्णमासी दा दिन सी, सारा दिन हो गया मैनू चलदियां होया, खादा कुछ है नहीं सी। रात मैनू भुख लगी है ते जदों चंद निकलिया ना, पूर्णमासी दा चंद, कहंदा मैनू इंज लगे जिवें चंद नहीं है, यह रोटी है, नान है। कहंदा चंद दिखाई नहीं सी देंदा, मैनू इंज लगदा सी जिवें रोटी है। जिस दिन असी भुखे रहांगे, वेखो भगतां ने मंगिया ना ते रोटी मंगी, होर कुछ नहीं मंगिया है, क्योंकि रोटी तो बिना साडा जीवन अधूरा है, नहीं चल सकता साडा जीवन। गुरबाणी इसकी तस्दीक करती है। महाराज कहंदे ने साढ़े 3 मन देहुरी चले पानी अन्न। साडा जो शरीर बनिया ना, 3.5 मन का। किसी सज्जण ने मैनू सवाल किया सी भी 3.5 मन तो बड़े हो जाते हैं। अगर असी अज का मन गिन लीए तो 40 किलो का मन होंदा वे, तो 3 मन का 120 किलो हो गया, तो अद्धा मन होर जोड़ दी 140 किलो वजन हो गया। बंदे का वजन 140 किलो तो नहीं होंदा। कहंदा फिर ये महाराज ने की लिखिया वे 3.5 मन देहुरी चले पानी अन्न। मेरे भी मन विच आया भी वाकई अगर ये सही है तो फिर ये टुकदा नहीं, क्योंकि आम बंदे का जिहड़ा वजन है ना, वो 140 किलो नहीं हो सकता है। कदी कदाई कोई एक अद्धा बंदा किसी बीमारी का मारिया होवे, उहदा शरीर फुल जाए, वो किधरे 140 किलो 150 किलो हो सकता है। आम बंदे का वजन इतना नहीं होंदा है। सवाल मेरे भी मन विच सी। जन्म साखी पढ़दियां होया मैं पढ़ रहा सा, गुरु नानक सच्चे पातशाह जी दे एक पावन अस्थान दे उत्ते 2.5 मन लूण रोज लगदा सी। 2.5 मन। उन्होंने थले नोट दिता भी उस वक्त जिहड़ा मन है ना, उस 20 किलो का होया करदा सी। तुसी वेखो समय समय दे नाल जिहड़े साडे नाप ने वो बदलते रहते हैं। पहले मील चलते सन, फिर किलोमीटर आ गए ने, हुण अगे होर कुछ आ जाएगा, फिर होर कुछ आएगा। ये समय समय दे नाल तोल माप नाप ये सब कुछ बदलते रहते हैं। उस जमाने दे विच 20 किलो का मन चलता सी, और इस हिसाब नाल अगर असी लाइए तो फिर 3.5 मन 70 किलो वजन बनता है। ते आम बंदे का 60 तो 70 किलो वजन तुसी जोड़ सकते हो। चैक करके देख लेना, वाधू बंदियां का जो वजन है वो 60 70 80 दे नेड़े तेड़े होंदा है। महाराज कहंदे ने जिहड़ा शरीर बनिया 3.5 मन देहुरी चले पानी अन्न। जिहड़ा साडा शरीर बनिया ना, ये आया साडा रोटी तो है। रोटी दे नाल शरीर बनिया। वेखो साडे माता पिता रोटी खांदे ने, उहदे नाल खून बनदा है, बिंद बनदा है। खून ते बिंद दे संजोग तो एक बच्चे का जन्म होंदा है। वो बच्चा फिर अगे रोटी खांदा है, फिर उहदा शरीर वड्डा होंदा है। सारी खेड रोटी दी है। भज दौड़ भी बंदे दी रोटियां वास्ते है। अज जितनी भज दौड़ असी कर रहे हैं ना, कादे वास्ते है? रोटियां वास्ते है। रोटी मैनू मिलती रहे, मेरे बच्चों नूं मिलती रहे,
ਪੋਤਰਿਆਂ ਨੂੰ ਮਿਲਦੀ ਰਵੇ, ਪੜਪੋਤਰਿਆਂ ਨੂੰ ਮਿਲਦੀ ਰਵੇ। ਮੂਲ ਰੂਪ ਦੇ ਵਿੱਚ ਮਨੁੱਖ ਦੀ ਜੋ ਭੱਜ ਦੌੜ ਹੈ ਨਾ, ਉਹ ਰੋਟੀ ਵਾਸਤੇ ਹੈ, ਹੋਰ ਕੁਛ ਨਹੀਂ ਹੈ, ਸਿਰਫ ਰੋਟੀ ਵਾਸਤੇ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਜੋ ਮਹਾਨ ਸੇਵਕ ਸਨ, ਜਿਹਨੂੰ ਮੇਰੇ ਪਾਤਸ਼ਾਹ ਨੇ ਬੜੇ ਮਾਣ ਦੇ ਨਾਲ ਆਖਿਆ ਵੀ ਇਹ ਮੇਰਾ ਭਾਈ ਹੈ, ਜਿਹਦੇ ਨਾਲ ਭਾਈ ਸ਼ਬਦ ਗੁਰੂ ਨਾਨਕ ਪਾਤਸ਼ਾਹ ਨੇ ਵਰਤਿਆ, ਤੇ ਅੱਜ ਸਾਰੀ ਦੁਨੀਆ ਦੇ ਰਾਗੀ, ਪ੍ਰਚਾਰਕ, ਗ੍ਰੰਥੀ, ਸੇਵਾਦਾਰ, ਪਾਠੀ, ਹਰ ਇੱਕ ਦੇ ਨਾਲ ਇਹ ਭਾਈ ਸ਼ਬਦ ਵਰਤਿਆ ਜਾਂਦਾ ਹੈ। ਉਹ ਸਨ ਮਹਾਨ ਕੀਰਤਨੀਏ ਭਾਈ ਮਰਦਾਨਾ ਜੀ। ਜਨਮ ਸਾਖੀ ਪੜ੍ਹੋ ਨਾ। ਭਾਈ ਮਰਦਾਨਾ ਗੁਰੂ ਨਾਨਕ ਸੱਚੇ ਪਾਤਸ਼ਾਹ ਕੋਲੋਂ ਰੋਟੀ ਮੰਗਦਾ, ਹੋਰ ਕੁਛ ਨਹੀਂ ਮੰਗਦਾ, ਉਹ ਰੋਟੀ ਮੰਗਦਾ ਹੈ। ਚਲੋ ਇੱਕ ਬੇਨਤੀ ਹੋਰ ਕਰਦੇ ਹਾਂ, ਉਸ ਮਹਾਨ ਕੀਰਤਨੀਏ ਦੀ ਜਿਨ੍ਹੇ 53 ਸਾਲ ਤੱਕ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਸੇਵਾ ਕੀਤੀ, ਕੀਰਤਨ ਸੁਣਾਇਆ ਹੈ, ਉਸ ਮਹਾਨ ਕੀਰਤਨੀਏ ਦੇ ਨਾਲ ਕੁਝ ਲੋਕਾਂ ਨੇ ਮਜ਼ਾਕ ਭਰੀਆਂ ਸਾਖੀਆਂ ਜੋੜ ਦਿੱਤੀਆਂ ਨੇ। ਬਈ ਮਰਦਾਨੇ ਨੂੰ ਹੋਰ ਕੋਈ ਕੰਮ ਹੀ ਨਹੀਂ ਸੀ, ਉਹ ਰੋਟੀ ਮੰਗਦਾ ਰਹਿੰਦਾ, ਹੋਰ ਕੋਈ ਕੰਮ ਹੀ ਨਹੀਂ ਉਹਨੂੰ, ਜਿੱਥੇ ਜਾਂਦਾ ਰੋਟੀ, ਜਿੱਥੇ ਜਾਂਦਾ ਰੋਟੀ। ਭਾਈ ਗੁਰਦਾਸ ਜੀ ਨੂੰ ਪੜ੍ਹੋ, ਕਿਤਨਾ ਕਠਨ ਜੀਵਨ ਸੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਾ। ਭਾਈ ਸਾਹਿਬ ਕਹਿੰਦੇ ਨੇ, ਰੇਤ ਅੱਕ ਆਹਾਰ ਕਰ, ਰੋੜਾਂ ਦੀ ਗੁਰ ਕਰੀ ਵਿਛਾਈ। ਇਤਨਾ ਔਖਾ ਜੀਵਨ ਸੀ, ਰੇਤ ਅੱਕ ਆਹਾਰ ਕਰ, ਰੇਤ ਖਾਣਾ। ਹਾਲਾਂਕਿ ਰੇਤ ਖਾਧੀ ਨਹੀਂ ਜਾਂਦੀ ਹੈ, ਪਰ ਰੇਤ ਵਰਗਾ ਖਾਣਾ ਭਾਉ ਬੜਾ ਮੁਸ਼ਕਲ ਖਾਣਾ। ਕਦੀ ਕਦਾਈ ਕਿਧਰੇ ਰੋਟੀ ਖਾਣ ਨੂੰ ਮਿਲਦੀ ਸੀ, ਬਾਕੀ ਸਮਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਉਸ ਤਰ੍ਹਾਂ ਹੀ ਚੱਲਦੇ ਰਹਿੰਦੇ ਸਨ। ਆਪ ਜਨਮ ਸਾਖੀ ਪੜ੍ਹੋ, 7 ਦਿਨ ਤੱਕ ਮਰਦਾਨਾ ਭੁੱਖਾ ਪਿਆਸਾ ਰਹਿ ਕੇ, ਨੰਗੇ ਪੈਰੀ ਪੈਦਲ ਚੱਲ ਕੇ, ਰੋੜਾਂ ਦੇ ਉੱਤੇ ਸੌਂ ਕੇ, ਦਰਖਤਾਂ ਥੱਲੇ ਰਾਤ ਕੱਟ ਕੇ, ਫਿਰ ਵੀ ਗੁਰੂ ਨਾਨਕ ਸੱਚੇ ਪਾਤਸ਼ਾਹ ਨੂੰ ਐਸਾ ਕੀਰਤਨ ਸਰਵਨ ਕਰਾਉਂਦਾ ਸੀ ਕਿ ਗੁਰੂ ਨਾਨਕ ਸੱਚੇ ਪਾਤਸ਼ਾਹ ਦੀ ਸਮਾਧੀ ਲੱਗ ਜਾਂਦੀ ਹੈ। ਜਿਹੜੇ ਪਸ਼ੂ ਪੰਛੀ ਸੁਣਦੇ ਸਨ ਮਰਦਾਨੇ ਦੀ ਰਬਾਬ ਨੂੰ, ਉੱਥੇ ਕੀਲੇ ਜਾਂਦੇ ਸਨ, ਉੱਥੇ ਖੜੇ ਹੋ ਜਾਂਦੇ ਸਨ। ਕੈਸਾ ਕੀਰਤਨੀਆ ਹੋਣਾ ਮਰਦਾਨਾ ਜੀ, ਜਿਹਨੂੰ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਆਪਣੇ ਨਾਲੋਂ ਬਿਲਕੁਲ ਵੱਖਰਾ ਨਹੀਂ ਹੋਣ ਦਿੰਦੇ ਔਰ ਇਤਨਾ ਪਿਆਰ ਕਰਦੇ ਸਨ। ਸਾਰੀ ਜ਼ਿੰਦਗੀ ਗੁਰੂ ਨਾਨਕ ਪਾਤਸ਼ਾਹ ਦੀ ਅੱਖਾਂ ਦੇ ਵਿੱਚ ਕਦੀ ਹੰਝੂ ਨਹੀਂ ਆਏ। ਪੜ੍ਹ ਲੈਣਾ ਇਤਿਹਾਸ, ਜਦੋਂ ਮਹਾਰਾਜ ਦਾ ਜਨਮ ਹੁੰਦਾ ਹੈ ਨਾ, ਤਾਂ ਵੀ ਸਤਿਗੁਰੂ ਸੱਚੇ ਪਾਤਸ਼ਾਹ ਹੱਸਦੇ ਹੋਏ ਸੰਸਾਰ ਵਿੱਚ ਆਉਂਦੇ ਨੇ। ਆਮ ਦੁਨਿਆਵੀ ਬੱਚੇ ਰੋਂਦਿਆਂ ਹੋਏ ਸੰਸਾਰ ਵਿੱਚ ਆਉਂਦੇ ਨੇ। ਤੁਹਾਡੇ ਵਿੱਚ ਕੁਝ ਸਿਆਣੇ ਵਿਦਵਾਨ ਬੈਠੇ ਹੋਣੇ ਨੇ, ਸਾਡੀਆਂ ਮਾਤਾਵਾਂ ਵੀ ਬੈਠੀਆਂ ਨੇ। ਜਿਹੜਾ ਬੱਚਾ ਰੋਂਦਾ ਨਹੀਂ ਨਾ, ਡਾਕਟਰ ਉਹਨਾਂ ਨੂੰ ਚਪੇੜਾ ਮਾਰ ਕੇ ਰਵਾਉਂਦੇ ਨੇ ਵੀ ਇਹ ਬੱਚਾ ਰੋਣਾ ਚਾਹੀਦਾ ਹੈ। ਅਗਰ ਰੋਏਗਾ ਨਹੀਂ तो इस बच्चे का दिमाग सुन्न हो जाएगा, विकसित नहीं हो पाएगा। ये बच्चा फिर किसी काम का नहीं रह जाएगा। पुछ लेना किसी डॉक्टर कोलों। जिहड़े बच्चे रोंदे हुए आंदे ने उन्हां दा दिमाग काम करदा है किहदे वास्ते? संसार वास्ते। वो संसार दे काम आंदे ने। पर गुरु नानक सच्चे पातशाह संसार ते आए ने हसदे होए, हसदियां होए आए ने। मेरे उस्ताद ज्ञानी संत सिंह जी मस्कीन साहब पंथ रतन, देखो अज सतगुरां ने मेरे उत्ते बड़ी किरपा की। जिन्हां स्टेजां दे उत्ते मेरे उस्ताद बोलिया करदे सन, अज सतगुरां ने मेरी झोली विच भी ये मान पाया है। अज फक्र है मैनू, गुरु साहब ने किरपा की है। मस्कीन जी क्या करते सन कि जिन्हां ने संसार नूं रुआना हुंदा है ना, वो आप भी संसार ते रोंदे होए आंदे ने। जिन्ने रोंदियां होयां नूं हसाना हुंदा वे,
ਉਹ ਆਪ ਸੰਸਾਰ ਤੇ ਹੱਸਦੇ ਹੋਏ ਆਉਂਦੇ ਨੇ, ਉਹ ਕਦੀ ਰੋਂਦਿਆਂ ਹੋਇਆਂ ਨਹੀਂ ਆਉਂਦੇ ਹਨ। ਵੇਖੋ, ਇੱਕ ਰੋਂਦਾ ਹੋਇਆ ਬੰਦਾ ਦੂਜੇ ਨੂੰ ਰਵਾ ਸਕਦਾ ਵੇ, ਹਸਾ ਨਹੀਂ ਸਕਦਾ ਵੇ। ਇੱਕ ਹੱਸਦਾ ਹੋਇਆ ਬੰਦਾ ਹੀ ਕਿਸੇ ਦੂਜੇ ਨੂੰ ਹਸਾ ਸਕਦਾ ਵੇ। ਇਹ ਦੁਨਿਆਵੀ ਫਿਤਰਤ ਹੈ। ਔਰ ਰਵਾਉਂਦੇ ਪਏ ਨੇ ਲੋਕੀ, ਬੜੇ ਮਿਲ ਜਾਣਗੇ ਤੁਹਾਨੂੰ, ਅਸੀਂ ਬੱਚਿਆਂ ਤੋਂ ਦੁਖੀ ਹਾਂ, ਸਾਰਾ ਦਿਨ ਅਸੀਂ ਰੋਂਦੇ ਰਹਿੰਦੇ ਹਾਂ। ਮਾਂ ਬਾਪ ਮਿਲ ਜਾਣਗੇ, ਅਸੀਂ ਬੱਚਿਆਂ ਤੋਂ ਦੁਖੀ ਹਾਂ, ਬੱਚੇ ਮਿਲਣਗੇ, ਅਸੀਂ ਮਾਤਾ ਪਿਤਾ ਤੋਂ ਦੁਖੀ ਹਾਂ, ਭਰਾ ਭਰਾ ਤੋਂ ਦੁਖੀ ਹੈ, ਪਤੀ ਪਤਨੀ ਤੋਂ ਦੁਖੀ, ਪਤਨੀ ਪਤੀ ਤੋਂ ਦੁਖੀ, ਮਿੱਤਰ ਮਿੱਤਰ ਤੋਂ ਦੁਖੀ, ਪੜੋਸੀ ਪੜੋਸੀ ਤੋਂ ਦੁਖੀ। ਕਿਉਂ? ਰੋਂਦੇ ਹੋਏ ਆਏ ਨੇ, ਰਵਾਉਂਦੇ ਪਏ ਨੇ ਸੰਸਾਰ ਨੂੰ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਹੱਸਦੇ ਹੋਏ ਸੰਸਾਰ ਵਿੱਚ ਆਏ ਨੇ। ਕਿਉਂ? ਸਾਰੀ ਦੁਨੀਆ ਨੂੰ ਹਸਾਉਣਾ ਸੀ, ਰਵਾਉਂਦਿਆਂ ਹੋਇਆਂ ਨੂੰ ਹਸਾਉਣਾ ਸੀ। ਕਦੀ ਵੀ ਸਤਿਗੁਰਾਂ ਦੀਆਂ ਅੱਖਾਂ ਦੇ ਵਿੱਚ ਹੰਝੂ ਨਹੀਂ ਸਨ ਆਏ, ਕਦੀ ਵੀ। ਪਰ ਜਿਸ ਦਿਨ ਭਾਈ ਮਰਦਾਨਾ ਜੀ ਸੰਸਾਰ ਤੋਂ ਚਲਾਣਾ ਕਰ ਗਏ ਨਾ, ਗੁਰੂ ਨਾਨਕ ਸੱਚੇ ਪਾਤਸ਼ਾਹ ਦੀਆਂ ਅੱਖਾਂ ਦੇ ਵਿੱਚ ਹੰਝੂ, ਤੇ ਮਹਾਰਾਜ ਸ਼ਬਦ ਉਚਾਰਨ ਕਰਦੇ ਨੇ, ਸੱਜਣ ਮੇਰੇ ਰੰਗਲੇ ਜਾਏ ਸੁੱਤੇ ਜੀਰਾਣ, ਹੋਂ ਵੀ ਵੰਜਾਂ ਡੂਮਣੀ ਰੋਵਾਂ ਚੀਣੀ ਬਾਣ। ਰੋਵਾਂ ਚੀਣੀ ਬਾਣ, ਇਹ ਜਿਹੜਾ ਚੀਣੀ ਬਾਣ ਰੋਣਾ ਹੈ ਨਾ, ਜਿਵੇਂ ਕਿਸੇ ਬੰਦੇ ਨੂੰ ਅੱਤ ਦਾ ਦੁੱਖ ਹੋਵੇ, ਬੜਾ ਹੀ ਜ਼ਿਆਦਾ ਦੁੱਖ ਹੋਵੇ, ਤੇ ਉਹਦੇ ਕੋਲੋਂ ਰੋਇਆ ਵੀ ਨਾ ਜਾਵੇ, ਹੋਕੇ ਲੈਂਦਾ ਹੋਵੇ, ਸਿਸਕੀਆਂ ਲੈਂਦਾ ਹੋਵੇ, ਉਹਨੂੰ ਕਹਿੰਦੇ ਨੇ ਚੀਣੀ ਬਾਣ ਰੋਣਾ। ਵੀ ਦੁੱਖ ਵੀ ਹੈ, ਰੋਂਦਾ ਵੀ ਪਿਆ, ਰੋਣਾ ਵੀ ਨਹੀਂ ਆਉਂਦਾ ਪਿਆ। ਗੁਰੂ ਨਾਨਕ ਸੱਚੇ ਪਾਤਸ਼ਾਹ ਨੂੰ ਕਿਤਨਾ ਦੁੱਖ ਹੋਵੇਗਾ। ਭਾਈ ਮਰਦਾਨਾ ਜੀ ਜਿੱਥੇ ਵੀ ਜਾਂਦੇ ਨਾ, ਮਹਾਰਾਜ ਸੱਚੇ ਪਾਤਸ਼ਾਹ ਜੀ ਕੋਲ 7-7 ਦਿਨ ਤੱਕ ਭੁੱਖੇ ਰਹਿ ਕੇ ਐਸੀ ਰਬਾਬ ਵਜਾਉਂਦੇ ਨੇ ਕਿ ਗੁਰੂ ਨਾਨਕ ਪਾਤਸ਼ਾਹ ਦੀ ਵੀ ਸਮਾਧੀ ਲੱਗ ਜਾਂਦੀ ਹੈ। ਅੱਜ ਕੱਲ੍ਹ ਦੇ ਕੀਰਤਨੀਏ, ਮੈਂ ਹੱਥ ਜੋੜ ਕੇ ਮਾਫੀ ਮੰਗਾਂ, 36 ਪ੍ਰਕਾਰ ਦੇ ਭੋਜਨ ਖਾ ਕੇ ਵੀ ਐਸਾ ਕੀਰਤਨ ਨਹੀਂ ਕਰ ਸਕਦੇ ਹਨ ਜੋ ਮਰਦਾਨਾ 7 ਦਿਨ ਭੁੱਖਿਆਂ ਰਹਿ ਕੇ ਕਰਦਾ ਹੈ। ਪਰ ਜਦੋਂ ਸਰੀਰ ਸਾਡਾ ਬਿਲਕੁਲ ਨਿਢਾਲ ਹੋ ਜਾਂਦਾ ਹੈ ਵੀ ਹੁਣ ਚੱਲਣਾ ਮੁਸ਼ਕਲ ਹੈ, ਉਸ ਵਕਤ ਫਿਰ ਭਾਈ ਮਰਦਾਨਾ ਜੀ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਰਬਾਬ ਰੱਖ ਦਿੰਦੇ ਨੇ, ਹੱਥ ਜੋੜ ਕੇ ਕਹਿੰਦੇ ਨੇ, ਬਾਬਾ ਹੁਣ ਜੇ ਰੋਟੀ ਦੇਂਗਾ ਤੇ ਇਹ ਰਬਾਬ ਵੱਜੇਗੀ, ਨਹੀਂ ਤੇ ਇਹ ਪਈ ਹੈ ਤੇਰੀ ਰਬਾਬ। ਪਿਆਰ ਦੀ ਖੇਡ ਹੈ ਨਾ, ਕਿਉਂਕਿ ਰੋਟੀ ਨਾਲ ਸਰੀਰ ਬਣਿਆ। ਫਿਰ ਮਰਦਾਨਾ ਅਗਰ ਰੋਟੀ ਮੰਗਦਾ ਹੈ ਤਾਂ ਕਿਸੇ ਨਾ ਕਿਸੇ ਦਾ ਉਹਦੇ ਵਿੱਚ ਉਧਾਰ ਹੋਣਾ ਹੁੰਦਾ ਵੇ। ਮਹਾਰਾਜ ਭੇਜਦੇ ਨੇ, ਅੱਗੇ ਉਹ ਕਿਸੇ ਨੂੰ ਮਿਲਦਾ, ਜਾ ਕੇ ਲੈ ਕੇ ਆਉਂਦਾ ਚਰਨਾਂ ਵਿੱਚ। ਸਿੱਖੀ ਦਾ ਇਸ ਤਰ੍ਹਾਂ ਪ੍ਰਚਾਰ ਮਹਾਰਾਜ ਨੇ ਕੀਤਾ ਹੈ। ਭੁੱਖਿਆਂ ਰਹਿ ਕੇ ਭਗਤੀ ਨਹੀਂ ਕੀਤੀ ਜਾ ਸਕਦੀ ਹੈ। ਸ੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਮਰਿਆਦਾ ਬਣਾ ਦਿੱਤੀ, ਪਹਿਲੇ ਪੰਗਤ ਪਾਛੇ ਸੰਗਤ। ਕਿਉਂਕਿ ਉਹ ਜ਼ਮਾਨਾ ਐਸਾ ਸੀ ਜਦੋਂ ਸਿੱਖ ਬੜੀ ਦੂਰੋਂ ਦੂਰੋਂ ਚੱਲ ਕੇ ਆਉਂਦੇ ਸਨ। ਅੱਜ ਕੱਲ੍ਹ ਦੀ ਤਰ੍ਹਾਂ ਸਾਧਨ ਨਹੀਂ ਸਨ, ਜਿਵੇਂ ਟ੍ਰੇਨਾਂ ਨੇ, ਬੱਸਾਂ ਨੇ, ਕਾਰਾਂ ਨੇ, ਫਲਾਈਟਾਂ ਨੇ। ਬੰਦਾ ਚੰਦ ਘੰਟਿਆਂ ਦੇ ਵਿੱਚ ਪਹੁੰਚ ਜਾਂਦਾ, ਕਈ ਦਿਨ ਮਹੀਨੇ ਲੱਗ ਜਾਂਦੇ ਸਨ ਪਹੁੰਚਣ ਵਿੱਚ। ਤੇ ਰਸਤਿਆਂ ਦੇ ਵਿੱਚ ਕੋਈ ਢਾਬੇ ਜਾਂ ਕੋਈ ਰੈਸਟੋਰੈਂਟ ਨਹੀਂ ਸਨ ਹੁੰਦੇ। ਗੁਰੂ ਕੇ ਸਿੱਖ ਜਦੋਂ ਯਾਤਰਾ ਕਰਨ ਜਾਂਦੇ ਸਨ, ਭੁੱਜੇ ਹੋਏ ਛੋਲੇ, ਤਲੀਆਂ ਹੋਈਆਂ ਚੀਜ਼ਾਂ ਆਪਣੇ ਨਾਲ ਰੱਖਦੇ ਸਨ। ਉਹ ਹੀ ਖਾ ਕੇ ਪਾਣੀ ਪੀਣਾ, ਤੇ ਸਵਾਸ ਸਵਾਸ, ਕਦਮ ਕਦਮ ਸਿਮਰਨ ਕਰਦਿਆਂ ਹੋਇਆ ਜਾਂਦੇ ਸਨ। ਉਹਨਾਂ ਦੀ ਯਾਤਰਾ ਸਫਲ ਹੁੰਦੀ ਸੀ। ਸਾਡੇ ਵਰਗੇ ਨਹੀਂ, ਜਿਵੇਂ ਪਿਕਨਿਕ ਮਨਾਉਣ ਜਾਂਦੇ ਆ ਨਾ, ਅਸੀਂ ਰਸਤੇ ਵਿੱਚ ਮੌਜਾਂ ਕਰਦੇ ਜਾਂਦੇ ਹਾਂ। ਇੱਕ ਥੈਲਾ ਤੇ ਅਸੀਂ ਖਾਣ ਪੀਣ ਦੀਆਂ ਚੀਜ਼ਾਂ ਨਾਲ ਭਰਿਆ ਹੁੰਦਾ। ਫਿਰ ਅਸੀਂ ਟ੍ਰੇਨਾਂ ਵਿੱਚ ਲੱਭਦੇ ਹਾਂ ਵੀ ਕਿਹੜੇ ਸਟੇਸ਼ਨ ਤੇ ਕਿਹੜੀ ਚੀਜ਼ ਚੰਗੀ ਮਿਲਣੀ ਹੈ। ਸਾਡੀ ਯਾਤਰਾ ਕੋਈ ਯਾਤਰਾ ਨਹੀਂ ਹੁੰਦੀ, ਗੁਸਤਾਖੀ ਮਾਫ਼, ਅਸੀਂ ਪਿਕਨਿਕ ਮਨਾਉਣ ਆਉਂਦੇ ਹਾਂ। ਉਹ ਯਾਤਰਾ ਕਰਿਆ ਕਰਦੇ ਸਨ। ਤੋ ਗੁਰੂ ਅਮਰਦਾਸ ਮਹਾਰਾਜ ਨੇ ਮਰਿਆਦਾ ਬਣਾ ਦਿੱਤੀ ਵੀ ਪਹਿਲੇ ਪੰਗਤ, ਪਹਿਲੇ ਸਿੱਖ ਪੰਗਤ ਵਿੱਚ ਬੈਠ ਕੇ
ਲੰਗਰ ਛਕੇ ਤਨ ਨੂੰ ਤ੍ਰਿਪਤ ਕਰੇ, ਪਾਛੇ ਸੰਗਤ, ਫਿਰ ਸਤਸੰਗ ਦੇ ਵਿੱਚ ਆ ਕੇ ਸੰਗਤ ਦੇ ਵਿੱਚ ਬੈਠ ਕੇ ਤਨ ਦੀ ਖੁਰਾਕ ਖਾਧੀ ਹੈ ਭੋਜਨ, ਤੇ ਫਿਰ ਮਨ ਦੀ ਖੁਰਾਕ ਖਾਵੇ ਭਜਨ। ਭੋਜਨ ਤੇ ਭਜਨ ਇਹ ਦੋਨੋਂ ਚੀਜ਼ਾਂ ਸਾਡੇ ਸਰੀਰ ਵਾਸਤੇ ਬਹੁਤ ਜ਼ਰੂਰੀ ਨੇ, ਬਹੁਤ ਜ਼ਰੂਰੀ ਨੇ। ਭਗਤ ਕਬੀਰ ਸਾਹਿਬ ਜੀ ਇੱਥੇ ਜਦੋਂ ਪਰਮਾਤਮਾ ਦੇ ਨਾਲ ਗੱਲਬਾਤ ਕਰਦੇ ਨੇ ਨਾ, ਤਾਂ ਭਗਤ ਕਬੀਰ ਜੀ ਕਹਿੰਦੇ ਨੇ, ਹੇ ਪਰਮਾਤਮਾ, ਭੁੱਖਿਆਂ ਰਹਿ ਕੇ ਤੇਰੀ ਭਗਤੀ ਨਹੀਂ ਕੀਤੀ ਜਾ ਸਕਦੀ ਹੈ। यह माला अपनी लीजा। ਅੱਜ ਦੇਖੋ ਕਈ ਲੋਕ ਨਾ ਸਮਝੀ ਕਰਕੇ ਮਾਲਾ ਦੀ ਬੜਾ ਨਿੰਦਾ ਕਰਦੇ ਹਨ। ਮੈਂ ਵੀ ਕਹਿਣਾ ਵੀ ਮਾਲਾ ਦੇ ਨਾਲ ਕੁਝ ਨਹੀਂ ਹੁੰਦਾ, ਪਰ ਮਾਲਾ ਹੱਥ ਵਿੱਚ ਰੱਖਣ ਦਾ ਇਤਨਾ ਹੀ ਮਤਲਬ ਹੁੰਦਾ ਹੈ ਵੀ ਇੱਕ ਇੱਕ ਮਣਕੇ ਦੇ ਨਾਲ ਸਾਡੇ ਸਵਾਸ ਸਵਾਸ ਦੇ ਨਾਲ ਅਸੀਂ ਸਿਮਰਨ ਕਰੀਏ। ਕਬੀਰ ਸਾਹਿਬ ਨੇ ਕਈ ਜਗ੍ਹਾ ਤੇ ਮਾਲਾ ਦਾ ਜ਼ਿਕਰ ਕੀਤਾ ਹੈ। ਹਮਰੇ ਕੁਲ ਕੌਨੇ ਰਾਮ ਕਹਿਓ, ਜਬ ਕੀ ਮਾਲਾ ਲਈ ਨਿਪੂਤੇ, ਤਬ ਤੇ ਸੁਖ ਨਾ ਪਇਓ। ਕਬੀਰ ਸਾਹਿਬ ਦੀ ਮਾਤਾ ਕਹਿ ਰਹੀ ਹੈ, ਜਦੋਂ ਦੀ ਇਸ ਕਬੀਰ ਨੇ ਹੱਥ ਵਿੱਚ ਮਾਲਾ ਪਕੜੀ ਹੈ ਨਾ, ਤਾਂ ਦਾ ਘਰ ਦੇ ਵਿੱਚ ਕੋਈ ਸੁੱਖ ਹੀ ਨਹੀਂ ਬਣਿਆ ਸਾਡੇ। ਸਿਰਫ ਮਾਲਾ ਹੀ ਬੰਦਾ ਫੇਰੀ ਜਾਂਦਾ ਹੈ, ਹਿਰਦੇ ਵਿੱਚ ਪ੍ਰੇਮ ਹੈ ਨਹੀਂ, ਮਨ ਉਸ ਦਾ ਸਿਮਰਨ ਦੇ ਵਿੱਚ ਜੁੜਿਆ ਨਹੀਂ, ਤਾਂ ਮੈਂ ਅਰਜ਼ ਕਰਾਂ ਕਿ ਇਹ ਮਾਲਾ ਫੇਰਨੀ ਕਿਸੇ ਕੰਮ ਦੀ ਨਹੀਂ ਹੈ। ਕਬੀਰ ਸਾਹਿਬ ਦਾ ਇੱਕ ਗ੍ਰੰਥ ਹੈ ਜਿਹਦਾ ਨਾਮ ਹੈ ਬੀਚਕ ਗ੍ਰੰਥ। ਉਹਦੇ ਵਿੱਚ ਬਹੁਤ ਸਾਰੀ ਬਾਣੀ ਐਸੀ ਹੈ ਜਿਹੜੀ ਕਬੀਰ ਸਾਹਿਬ ਦੀ ਕਹਿੰਦੇ ਨੇ ਉਚਾਰਨ ਕੀਤੀ ਹੋਈ ਹੈ, ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਨਹੀਂ ਹੈ। ਕੁਝ ਉਹਨਾਂ ਦੇ ਬਾਅਦ ਵਿੱਚ ਜਿਹੜੇ ਚੇਲੇ ਹੋਏ, ਕੁਝ ਉਹਨਾਂ ਨੇ ਕਬੀਰ ਸਾਹਿਬ ਦੇ ਨਾਮ ਤੋਂ ਬਾਣੀ ਉਚਾਰਨ ਕਰਕੇ ਤੇ ਉਸ ਵਿੱਚ ਦਰਜ ਕੀਤੀ, ਗ੍ਰੰਥ ਬਣਾਇਆ। ਇੱਕ ਚੰਗਾ ਵੱਡਾ ਗ੍ਰੰਥ ਹੈ ਜਿਹਦਾ ਨਾਮ ਹੈ ਬੀਚਕ ਗ੍ਰੰਥ। ਉਹਦੇ ਵਿੱਚ ਕਬੀਰ ਸਾਹਿਬ ਕਹਿੰਦੇ ਨੇ, ਮਾਲਾ ਤੋਂ ਕਰਮੇ ਫਿਰੇ, ਮਾਲਾ ਹੱਥ ਵਿੱਚ ਫਿਰਦੀ ਪਈ ਹੈ, ਜੀਭ ਫਿਰੇ ਮੁਖ ਮਾਹੇ, ਜ਼ੁਬਾਨ ਸਾਡੀ ਮੂੰਹ ਦੇ ਵਿੱਚ ਚਲਦੀ ਪਈ ਹੈ। ਮਾਲਾ ਤੋਂ ਕਰਮੇ ਫਿਰੇ, ਜੀਭ ਫਿਰੇ ਮੁਖ ਮਾਹੇ, ਮਨੁਆ ਤੋਂ ਚੌਦਿਸ ਫਿਰੇ, ਯੈ ਤੋ ਸਿਮਰਨ ਨਾਹੇ। ਕਬੀਰ ਸਾਹਿਬ ਕਹਿੰਦੇ ਨੇ, ਹੱਥ ਵਿੱਚ ਮਾਲਾ ਚਲਦੀ ਪਈ ਹੈ, ਮੂੰਹ ਦੇ ਵਿੱਚ ਜ਼ੁਬਾਨ ਚਲਦੀ ਪਈ ਹੈ, ਮਨ ਸਾਡਾ ਚਾਰੋਂ ਦਿਸ਼ਾਵਾਂ ਦੇ ਵਿੱਚ ਭਟਕਦਾ ਪਿਆ ਹੈ। ਤੇ ਕਬੀਰ ਸਾਹਿਬ ਕਹਿੰਦੇ ਨੇ ਵੀ ਇਹ ਤਾਂ ਸਿਮਰਨ ਨਹੀਂ ਨਾ ਹੈ। ਸਿਮਰਨ ਹੋਵੇ ਭਾਵੇਂ ਮਾਲਾ ਨਾਲ ਹੋਵੇ ਜਾਂ ਸਵਾਸਾਂ ਨਾਲ ਹੋਵੇ, ਪਰ ਹੋਵੇ ਕਿਧਰੇ ਪ੍ਰੇਮ ਦੇ ਨਾਲ, ਮਨ ਸਾਡਾ ਉਹਦੇ ਵਿੱਚ ਜੁੜਿਆ ਹੋਵੇ। ਤੇ ਫਿਰ ਭਾਵੇਂ ਹੱਥ ਵਿੱਚ ਮਾਲਾ ਵੀ ਪਕੜੀ ਹੋਵੇ ਨਾ, ਤਾਂ ਫਿਰ ਉਹਦੇ ਵਿੱਚ ਕੋਈ ਹਰਜ ਨਹੀਂ ਹੈ, ਕਿਉਂਕਿ ਇਹ ਮਾਲਾ ਵੀ ਇੱਕ ਸਾਧਨ ਹੈ ਸਿਮਰਨ ਕਰਨ ਦਾ। ਤਾਂ ਕਬੀਰ ਸਾਹਿਬ ਕਹਿੰਦੇ ਨੇ, ਭੁੱਖਿਆਂ ਰਹਿ ਕੇ ਭਗਤ ਨਹੀਂ ਹੋ ਸਕਦੇ। ਇਹ ਮਾਲਾ ਤੁਹਾਡੇ ਚਰਨਾਂ ਵਿੱਚ ਪਈ ਹੈ। ਅੱਗੇ ਜੋ ਕਬੀਰ ਸਾਹਿਬ ਬੇਨਤੀ ਕਰ ਰਹੇ ਨੇ, ਆਪ ਸਾਰੇ ਪਿਆਰ ਨਾਲ ਸਰਵਨ ਕਰੋ ਜੀ। ਹਉ ਮੰਗੋ ਸੰਤਨ ਰੇ ਨਾਮ। ਕਬੀਰ ਸਾਹਿਬ ਕਹਿੰਦੇ ਨੇ ਕਿ ਇੱਕ ਮੇਰੀ ਬੇਨਤੀ ਹੈ ਪ੍ਰਮਾਤਮਾ ਤੇਰੇ ਚਰਨਾਂ ਵਿੱਚ। ਭੁੱਖਿਆਂ ਰਹਿ ਕੇ ਭਗਤੀ ਨਹੀਂ ਹੁੰਦੀ, ਮਾਲਾ ਤੂੰ ਆਪਣੇ ਕੋਲ ਰੱਖ ਲੈ। ਤੇ ਮੇਰੀ ਜਿਹੜੀ ਅੰਦਰੋਂ ਮੰਗ ਹੈ ਨਾ, ਉਹ ਮੰਗ ਹੈ ਕਿ ਸੰਤਾਂ ਦੇ ਚਰਨਾਂ ਦੀ ਮੈਨੂੰ ਕਿਧਰੇ ਧੂੜ ਮਿਲ ਜਾਵੇ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਅਨੰਨ ਭਗਤ ਸਨ ਭਾਈ ਨੰਦ ਲਾਲ ਜੀ। ਭਾਈ ਸਾਹਿਬ ਕਹਿੰਦੇ ਨੇ ਕਿ ਸ਼ਬਦ ਕੁਰਬਾਨੇ ਖਾ ਕੇ ਰਾਹੇ ਸੰਗਤ, ਦਿਲੇ ਗੋਇਆ ਹਮੀ ਬਸ ਆਰਜ਼ੂ ਕਰਤ। ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਬੇਨਤੀ ਕਰਦੇ ਪੈਣ ਕਿ ਹੇ ਸੱਚੇ ਪਾਤਸ਼ਾਹ, ਜਿਹੜੀਆਂ ਗੁਰਸਿੱਖ ਸੰਗਤਾਂ ਜਿਨ੍ਹਾਂ ਰਸਤਿਆਂ ਤੋਂ ਲੰਘ ਕੇ ਤੇਰੇ ਚਰਨਾਂ ਤੱਕ ਪਹੁੰਚਦੀਆਂ ਨੇ ਨਾ, ਉਸ ਰਸਤੇ ਦੀ ਕਿਧਰੇ ਮੈਨੂੰ ਖਾਕ ਮਿਲ ਜਾਵੇ, ਧੂੜ ਮਿਲ ਜਾਵੇ, ਮੈਂ ਆਪਣੇ ਮਸਤਕ ਤੇ ਲਾ ਲਵਾਂ ਤੇ ਮੇਰਾ ਵੀ ਕਿਧਰੇ ਜੀਵਨ ਸਫਲ ਹੋ ਜਾਵੇ। ਇੱਕ ਵਿਦਵਾਨ ਕਹਿੰਦਾ, ਜੇ ਰੱਬ ਦੇ ਦਰਸ਼ਨ ਕਰਨੇ ਨਾ ਤਾਂ ਫਿਰ ਪਤਾ ਕੀ ਕਰਨਾ ਹੈ, ਸਾਧੂ ਸੰਤਾਂ ਦੇ ਚਰਨਾਂ ਦੀ ਧੂੜ ਲੈ ਕੇ ਤੇ ਆਪਣੀਆਂ ਅੱਖਾਂ ਦੇ ਵਿੱਚ ਸੁਰਮਾ ਬਣਾ ਕੇ ਪਾਣਾ ਹੈ।
ਉਹ ਕਹਿੰਦੇ ਜੇ ਰੱਬ ਦਾ ਦੀਦਾਰ ਕਿਉਂ ਸਾਡੀਆਂ ਅੱਖਾਂ ਦੇ ਵਿੱਚ ਹੰਕਾਰ ਦਾ ਪੜਦਾ, ਤੇ ਜੇ ਕਿਸੇ ਗੁਰਸਿੱਖ ਦੇ ਚਰਨਾਂ ਦੀ ਧੂੜ ਸਾਨੂੰ ਨਸੀਬ ਹੋ ਜਾਵੇ, ਕਹਿੰਦਾ ਇਹਨਾਂ ਅੱਖਾਂ ਦੇ ਵਿੱਚੋਂ ਪਰਦਾ ਮਿਟ ਜਾਏਗਾ, ਰੱਬ ਦੇ ਤੈਨੂੰ ਦੀਦਾਰ ਹੋ ਜਾਣਗੇ। ਫਿਰ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਅੰਤਰਜਾਮੀ ਪੁਰਖ ਵਿਦਾਤੇ ਸ਼ਰਧਾ ਮਨ ਕੀ ਪੂਰੇ, ਨਾਨਕ ਦਾਸ ਇਹ ਸੁਖ ਮੰਗੇ ਮੋਕੋ ਕਰ ਸੰਤਨ ਕੀ ਤੂਰੇ, ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਪੀਗਤ ਪਾਹੇ। ਮੈਂ ਨਾਹੀ ਕਿਸੀ ਕਾ ਦੇਨਾ, हे ਪ੍ਰਮਾਤਮਾ ਮੈਂ ਕਿਸੇ ਦਾ ਮੁਹਤਾਜ ਨਾ ਹੋਵਾਂ, ਮੈਂ ਕਿਸੇ ਦਾ ਦੇਣਦਾਰ ਨਾ ਹੋਵਾਂ। ਤੂੰ ਐਸੀ ਬਖਸ਼ਿਸ਼ ਕਰ ਕਿ ਆਪਣੇ ਚਰਨਾਂ ਦੀ ਧੂੜ ਮੈਨੂੰ ਬਖਸ਼ਿਸ਼ ਕਰ, ਤਾਂ ਕਿ ਮੈਂ ਸਿਰਫ ਤੇਰੇ ਤੇ ਤੇਰੇ ਚਰਨਾਂ ਦਾ ਮੈਂ ਪੌਰਾ ਬਣ ਸਕਾਂ, ਮੈਂ ਕਿਸੇ ਦਾ ਮੁਹਤਾਜ ਨਾ ਹੋਵਾਂ ਜੀ। ਮਾਧੋ ਕੈਸੀ ਬਨਾ ਤੁਮ ਸੰਗੇ, ਬੜੇ ਹੀ ਪਿਆਰ ਦੇ ਨਾਲ ਕਬੀਰ ਸਾਹਿਬ ਨਿਰੰਕਾਰ ਦੇ ਨਾਲ ਗੱਲ ਕਰਦੇ ਪੈਣ ਕਿ हे ਪ੍ਰਮਾਤਮਾ, ਮਾਧੋ ਕੈਸੀ ਬਨੇ ਤੁਮ ਸੰਗੇ, हे ਪ੍ਰਮਾਤਮਾ ਮੇਰਾ ਤੇਰੇ ਨਾਲ ਕਿਵੇਂ ਸੰਬੰਧ ਜੁੜੇ। ਹਾਲਾਂਕਿ ਇਹਦੇ ਨਾਲ ਅਰਥ ਕੀਤੇ ਗਏ ਨੇ ਕਿ ਮੈਂ ਤੇਰੇ ਤੋਂ ਸੰਗ ਕੇ, ਤੇਰੇ ਕੋਲੋਂ ਸ਼ਰਮਾ ਕੇ ਪਰਮਾਤਮਾ ਕੁਝ ਪ੍ਰਾਪਤ ਨਹੀਂ ਕਰ ਸਕਦਾ, ਮੈਂ ਹੋਰ ਕਿੱਥੇ ਜਾਣਾ। ਮੈਂ ਮੰਗਣਾ ਤੇ ਮੈਂ ਤੇਰੇ ਕੋਲੋਂ ਹੀ ਹੈ ਨਾ। ਵੇਖੋ ਭਗਤ ਮੰਗਦੇ ਨੇ, ਮੰਗਣਾ ਅਸੀਂ ਵੀ ਹੈ, ਪਰ ਮੰਗਣਾ ਕਿਹਦੇ ਕੋਲੋਂ ਹੈ? ਇੱਕ ਅਕਾਲ ਪੁਰਖ ਵਾਹਿਗੁਰੂ ਕੋਲੋਂ। ਮਹਾਂਪੁਰਖ ਬਾਬਾ ਆਨੰਦ ਸਿੰਘ ਜੀ ਮਹਾਰਾਜ ਕਲੇਰਾਂ ਵਾਲੇ ਕਿਆ ਕਰਦੇ ਸਨ ਕਿ ਜਿਹਦੀ ਝੋਲੀ ਗੁਰੂ ਗ੍ਰੰਥ ਸਾਹਿਬ ਤੋਂ ਨਹੀਂ ਨਾ ਭਰੀ, ਉਹ ਦੁਨੀਆ ਦੇ ਕਿਸੇ ਦਰਵਾਜ਼ੇ ਤੇ ਚਲਾ ਜਾਵੇ, ਉਹਦੀਆਂ ਝੋਲੀਆਂ ਕਦੀ ਭਰ ਨਹੀਂ ਸਕਦੀਆਂ ਹਨ। ਔਰ ਸਾਡੇ ਲੋਕ ਦੇਖੋ ਥਾਂ ਥਾਂ ਤੇ ਮੱਥੇ ਟੇਕਦੇ ਫਿਰਦੇ ਹਨ, ਪਤਾ ਨਹੀਂ ਕਿੱਥੇ ਕਿੱਥੇ ਜਾਂਦੇ ਨੇ। ਇੱਕ ਵਿਦਵਾਨ ਕਹਿੰਦਾ, ਜਿਸ ਦਰ पे कोई सर ना झुके उसे दर नहीं कहते, हर दर पे जो झुक जाए उसे सर नहीं कहते। ਜਿਹਦਾ ਸਿਰ ਹਰ ਇੱਕ ਦੇ ਅੱਗੇ ਝੁਕ ਜਾਂਦਾ ਨਾ, ਉਹਦੇ ਸਿਰ ਨੂੰ ਸਿਰ ਨਹੀਂ ਕਹਿਣਾ ਚਾਹੀਦਾ। ਕਿਉਂ? ਕਿਉਂਕਿ ਜਿਵੇਂ ਫੁੱਟਬਾਲ ਹੁੰਦੀ ਹੈ ਨਾ, ਇੱਧਰੋਂ ਲੱਤ ਪੈਂਦੀ ਉੱਧਰ ਚਲੀ ਜਾਂਦੀ ਹੈ, ਉੱਥੋਂ ਲੱਤ ਪੈਂਦੀ ਉੱਧਰ ਚਲੀ ਜਾਂਦੀ ਹੈ। ਜਿਹੜਾ ਥਾਂ ਥਾਂ ਤੇ ਮੱਥੇ ਟੇਕਦਾ ਫਿਰਦਾ ਹੈ ਨਾ, ਉਹਦੀ ਝੋਲੀ ਦੇ ਵਿੱਚ ਕਦੀ ਵੀ ਖੈਰ ਨਹੀਂ ਪੈਂਦੀ, ਉਹ ਸਾਰੀ ਉਮਰ ਭਟਕਦਾ ਹੀ ਰਹਿੰਦਾ ਹੈ। ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਨੇ, ਦੁਆਰੇ ਦੁਆਰ ਸਵਾਨ ਜੂ ਡੋਲੇ ਨਹਿ ਸੁਧ ਰਾਮ ਭਜਨ ਕੀ। ਜੈਸੇ ਇੱਕ ਆਵਾਰਾ ਕੁੱਤਾ ਜਗ੍ਹਾ ਜਗ੍ਹਾ ਤੇ ਕਦੀ ਇਸ ਦਰਵਾਜ਼ੇ ਕਦੀ ਉਸ ਦਰਵਾਜ਼ੇ ਕਦੀ ਉਸ ਦਰਵਾਜ਼ੇ ਜਾਂਦਾ ਹੈ ਨਾ, ਉਹਦਾ ਢਿੱਡ ਭਰਦਾ ਨਹੀਂ ਕਦੀ ਵੀ। ਪਰ ਜਿਹੜਾ ਕੁੱਤਾ ਆਪਣੇ ਮਾਲਕ ਦੇ ਦਰ ਤੇ ਬਹਿੰਦਾ ਹੈ ਨਾ, ਉਹਨੂੰ ਕਿਧਰੇ ਹੋਰ ਜਾਣ ਦੀ ਫਿਰ ਲੋੜ ਨਹੀਂ ਪੈਂਦੀ, ਕਿਉਂਕਿ ਉਹਦਾ ਸਾਰਾ ਚਿੰਤਾ ਫਿਕਰ ਫਿਰ ਆਪਣੇ ਮਾਲਕ ਨੂੰ ਹੀ ਹੁੰਦਾ ਵੇ। ਉਹਨੂੰ ਪਤਾ ਹੁੰਦਾ ਇਹਨੂੰ ਕਦੋਂ ਰੋਟੀ ਦੇਣੀ ਹੈ, ਕਦੋਂ ਪਾਣੀ ਦੇਣਾ ਹੈ, ਇਹਨੂੰ ਛਾਵੇਂ ਬੰਨਣਾ ਹੈ। ਫਿਰ ਫਿਕਰ ਪਿਤਾ ਦੀ ਬਣ ਜਾਂਦੀ ਹੈ, ਮਾਲਕ ਦੀ ਬਣ ਜਾਂਦੀ ਹੈ। ਇੱਕ ਵਿਦਵਾਨ ਕਹਿੰਦਾ, ਏਕ ਹੀ ਦਰ पे सजदे में झुके सर तो सुकून मिलता है, डूब जाते हैं वो लोग जिनके हजारों खुदा होते हैं। ਜਿਹਦੇ ਕਈ ਕਈ ਰੱਬ ਹੁੰਦੇ ਨਾ, ਉਹ ਡੁੱਬ ਜਾਂਦੇ ਹਨ। ਖਸਮ ਛੋੜ ਦੂਜੇ ਲੱਗੇ, ਡੁੱਬੇ ਸੇਵਣ ਜਾ ਰਿਹਾ, ਉਹਨਾਂ ਨੇ ਡੁੱਬ ਜਾਣਾ ਹੈ। ਭਗਤ ਕਬੀਰ ਸਾਹਿਬ ਕਹਿੰਦੇ ਨੇ ਕਿ ਪ੍ਰਮਾਤਮਾ ਮੇਰਾ ਤੇਰੇ ਨਾਲ ਕਿਵੇਂ ਸੰਬੰਧ ਬਣੇ। ਅਰਦਾਸ ਕਰਦੇ ਪਏ ਨਾ। ਭਗਤ ਧੰਨਾ ਜੀ ਕਹਿੰਦੇ ਨੇ, ਗੋਪਾਲ ਤੇਰਾ ਆਰਤਾ। ਆਰਤਾ ਦੇ ਅਰਥ ਅਸੀਂ ਕੁਝ ਹੋਰ ਕੱਢ ਲਏ ਨੇ। ਆਰਤੇ ਨੂੰ ਆਰਤੀ ਨਾਲ ਜੋੜ ਲਿਆ, ਹਾਲਾਂਕਿ ਆਰਤੇ ਦੇ ਅਰਥ ਨੇ ਦੁਖਿਆਰਾ, ਮੰਗਣ ਵਾਲਾ, ਦੁਖੀ, ਜਿਹਨੇ ਕੁਝ ਮੰਗਣਾ ਹੈ, ਚਾਹਨਾ ਹੈ। ਤੇ ਭਗਤ ਧੰਨਾ ਜੀ ਕਹਿੰਦੇ ਨੇ, ਗੋਪਾਲ ਤੇਰਾ ਆਰਤਾ, ਮੈਂ ਸਿਰਫ ਤੇਰੇ ਕੋਲੋਂ ਮੰਗਣਾ ਹੈ, ਕਿਸੇ ਹੋਰ ਕੋਲੋਂ ਨਹੀਂ ਮੰਗਣਾ ਹੈ। ਤੋ ਭਗਤ ਕਬੀਰ ਸਾਹਿਬ ਜੀ ਪਰਮੇਸ਼ਰ ਦੇ ਅੱਗੇ ਬੇਨਤੀ ਕਰ ਰਹੇ ਹਨ ਜੀ, ਆਪਨਾ ਦੇਹੋ ਤਾਲੇ ਵਾਓ ਮੰਗੇ। ਵੇਖੋ ਜਿਹਦੇ ਨਾਲ ਪ੍ਰੇਮ ਹੋਵੇ ਨਾ,
ਬੰਦਾ ਕਹਿੰਦਾ ਠੀਕ ਹੈ, ਤੂੰ ਨਹੀਂ ਦੇਂਗਾ ਤਾਂ ਮੈਂ ਆਪੇ ਹੀ ਮੰਗ ਲਵਾਂਗਾ। ਸਾਡਾ ਜਿਸ ਘਰ ਦੇ ਵਿੱਚ ਪ੍ਰੇਮ ਹੁੰਦਾ ਹੈ ਨਾ, ਅਸੀਂ ਆਪੇ ਉਹਨਾਂ ਦੇ ਰਸੋਈ ਖਾਨੇ ਵਿੱਚ ਵੜ ਜਾਂਦੇ ਹਾਂ। ਜੋ ਕੁਝ ਖਾਣਾ ਹੋਵੇ ਪਿਆ ਹੋਇਆ ਤੇ ਚੁੱਕ ਲੈਂਦੇ ਹਾਂ, ਨਹੀਂ ਪਿਆ ਤੇ ਆਪ ਬਣਾ ਕੇ ਖਾ ਲੈਂਦੇ ਹਾਂ। ਤੇ ਬੰਦਾ ਕੀ ਆਖਦਾ ਵੀ ਮੇਰਾ ਇਸ ਨਾਲ ਬਹੁਤ ਪ੍ਰੇਮ ਹੈ, ਤਾਂ ਹੀ ਹੁੰਦਾ ਨਾ। ਆਮ ਕਿਸੇ ਦੇ ਘਰ ਤੁਸੀਂ ਵੜ ਨਹੀਂ ਸਕਦੇ ਹੋ। ਰਸੋਈ 'ਚ ਜਾਣਾ ਜਾਂ ਉਹਦੀ ਕਿਸੇ ਚੀਜ਼ ਨੂੰ ਚੁੱਕਣਾ ਤੇ ਬੜੀ ਦੂਰ ਦੀ ਗੱਲ ਹੈ। ਅਸੀਂ ਉਹਦੇ ਘਰ ਵੜ ਨਹੀਂ ਸਕਦੇ। ਅਗਲਿਆਂ ਨੇ ਕੁੱਤੇ ਪਾਲੇ ਹੁੰਦੇ ਨੇ, ਕੈਮਰੇ ਲਾਏ ਹੁੰਦੇ ਨੇ, ਪਰ ਜਿਹਦੇ ਨਾਲ ਸਾਡਾ ਪ੍ਰੇਮ ਹੋਵੇ ਅਸੀਂ ਉਸੇ ਨੂੰ ਕਹਿ ਸਕਦੇ ਹਾਂ ਜੇ ਤੂੰ ਨਹੀਂ ਦੇਂਗਾ ਤਾਂ ਮੈਂ ਆਪੇ ਚੁੱਕ ਲੈਣਾ। ਤੋ ਇਹਦਾ ਤੋਂ ਚੰਗਾ ਇਹੀ ਹੈ ਨਾ ਵੀ ਤੂੰ ਆਪ ਹੀ ਮੈਨੂੰ ਦੇ ਦੇ। ਭਗਤ ਕਬੀਰ ਸਾਹਿਬ ਜੀ ਬੜੇ ਪਿਆਰ ਨਾਲ ਕਹਿ ਰਹੇ ਹਨ, ਹੇ ਪ੍ਰਮਾਤਮਾ ਆਪ ਨਾ ਦੇ ਤਾਂ ਲੇਹੋ ਮੰਗੇ। ਜੇ ਤੂੰ ਨਹੀਂ ਦਿੰਦਾ ਪ੍ਰਮਾਤਮਾ ਮੈਂ ਤੇਰੇ ਚਰਨਾਂ 'ਚ ਬੇਨਤੀ ਕਰਾਂਗਾ, ਮੈਂ ਆਪ ਮੰਗ ਲਵਾਂਗਾ ਤੇਰੇ ਕੋਲੋਂ। ਰਹਾਉ ਵਿਸਰਾਮ ਤੋਂ ਬਾਅਦ। ਵਿਸਰਾਮ ਦੇ ਅਰਥ ਹੁੰਦੇ ਨੇ ਠਹਿਰ ਜਾਣਾ, ਰੁਕ ਜਾਣਾ। ਪਰਮਾਤਮਾ ਰੁਕਿਆ ਹੋਇਆ ਹੈ। ਅਸੀਂ ਅਗਰ ਰਹਾਉ ਦੇ ਅਰਥ ਕਰਾਂਗੇ ਤਾਂ ਅਰਥ ਕਰਦਿਆਂ ਕਰਦਿਆਂ ਜਦੋਂ ਗਹਿਰਾਈ 'ਚ ਜਾਓਗੇ ਨਾ, ਰਹਾਉ ਦੇ ਅਰਥ ਬਣ ਜਾਣੇ ਨੇ ਪਰਮਾਤਮਾ ਜੋ ਠਹਿਰਿਆ ਹੋਇਆ ਹੈ। ਮਹਾਰਾਜ ਸਾਨੂੰ ਵੀ ਕਹਿੰਦੇ ਨੇ ਬੰਦਿਆ ਠਹਿਰ ਜਾ, ਕਿੱਥੇ ਭੱਜ ਦੌੜ ਕਰਦਾ ਪਿਆ ਤੂੰ। ਦੁਨਿਆਵੀ ਪਦਾਰਥ ਸਾਨੂੰ ਮਿਲਣਗੇ ਭੱਜ ਦੌੜ ਕਰਕੇ, ਪਰ ਰੱਬ ਦੀ ਪ੍ਰਾਪਤੀ ਹੋਵੇਗੀ ਸਾਨੂੰ ਰੁਕ ਕੇ, ਟਿਕ ਕੇ। ਤੋ ਇੱਥੇ ਰਹਾਉ ਉਚਾਰਨ ਕਰਦੇ ਨੇ ਰੁਕ ਕੇ। ਇਹਨਾਂ ਪੰਕਤੀਆਂ ਦੀ ਵਿਚਾਰ ਕਰਕੇ ਕਬੀਰ ਸਾਹਿਬ ਕਹਿੰਦੇ ਨੇ ਫਿਰ ਅੱਗੇ ਸਰਵਨ ਕਰੋ ਜੀ। ਦੋਏ ਸਿਰ ਮੰਗੋ ਚੂਨਾ। ਕਬੀਰ ਸਾਹਿਬ ਜਿਨ੍ਹਾਂ ਦਾ ਪ੍ਰਮਾਤਮਾ ਦੇ ਨਾਲ ਪ੍ਰੇਮ ਬਣ ਗਿਆ ਤੇ ਗੱਲਬਾਤ ਹੁੰਦੀ ਪਈ ਆਪਸ ਵਿੱਚ। ਜਦੋਂ ਕਬੀਰ ਸਾਹਿਬ ਜੀ ਨੇ ਕਿਹਾ ਵੀ ਆਪ ਨਾ ਦੇਹ ਤਾਂ ਲੇਹੋ ਮੰਗੇ, ਜੇ ਤੁਸੀਂ ਨਹੀਂ ਦੇਣਾ ਤਾਂ ਮੈਂ ਮੰਗ ਲੈਣਾ, ਤੇ ਫਿਰ ਪਰਮਾਤਮਾ ਵੀ ਖੁਸ਼ ਹੋ ਕੇ ਭਗਤ ਕਬੀਰ ਸਾਹਿਬ ਨੂੰ ਕਹਿਣ ਲੱਗਾ ਵੀ ਕਬੀਰ ਮੰਗ ਤੂੰ ਜੋ ਮੰਗਦਾ ਅੱਜ ਤੇਰੀ ਝੋਲੀ ਦੇ ਵਿੱਚ ਪਾ ਦੇਣਾ ਮੈਂ। ਵੇਖੋ ਮੰਗਦੇ ਵੀ ਅਸੀਂ ਸਾਰੇ ਪਏ ਹਾਂ। ਮੇਰੇ ਸਮੇਤ ਕੋਈ ਐਸਾ ਬੰਦਾ ਨਹੀਂ ਹੋਣਾ ਜੋ ਰੱਬ ਕੋਲੋਂ ਕੁਛ ਮੰਗਦਾ ਨਾ ਹੋਵੇ। ਐਸਾ ਕੋਈ ਬੰਦਾ ਨਹੀਂ ਹੋਣਾ। ਪਰ ਮੰਗਣਾ ਕੀ ਹੈ? ਵੇਖੋ ਅਸੀਂ ਧਨ ਮੰਗਦੇ ਹਾਂ, ਸੋਨਾ ਮੰਗਿਆ, ਚਾਂਦੀ ਮੰਗੀ, ਪੁੱਤਰ ਮੰਗੇ, ਜ਼ਮੀਨ ਜਾਇਦਾਦ ਮੰਗੀ, ਦੁਨੀਆ ਭਰ ਦੇ ਤਮਾਮ ਸੁੱਖ ਅਸੀਂ ਰੱਬ ਕੋਲੋਂ ਮੰਗਦੇ ਹਾਂ। ਸਿਰਫ ਰੱਬ ਨੂੰ ਰੱਬ ਕੋਲੋਂ ਅਸੀਂ ਕਦੀ ਨਹੀਂ ਮੰਗਦੇ ਹਾਂ। ਰੱਬ ਨੂੰ ਰੱਬ ਕੋਲੋਂ ਅਸੀਂ ਕਦੀ ਨਹੀਂ ਮੰਗਿਆ ਹੈ। ਬਾਕੀ ਅਸੀਂ ਦੁਨਿਆਵੀ ਪਦਾਰਥ, ਜੋ ਦੁਨੀਆ ਦੀ ਪਦਾਰਥ ਨੇ, ਹਰ ਪਦਾਰਥ ਬੰਦਾ ਮੰਗਦਾ ਪਿਆ ਤੇ ਇਹਨਾਂ ਵਾਸਤੇ ਹੀ ਰੋਂਦਾ ਪਿਆ। ਕਦੀ ਰੱਬ ਕੋਲੋਂ ਰੱਬ ਨੂੰ ਨਹੀਂ ਮੰਗਿਆ ਅਸੀਂ। ਭਾਈ ਸਾਹਿਬ ਭਾਈ ਨੰਦ ਲਾਲ ਜੀ ਨੂੰ ਇੱਕ ਦਿਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਸੀ ਵੀ ਨੰਦ ਲਾਲ ਕੁਝ ਮੰਗ, ਸਾਡਾ ਜੀ ਕਰਦਾ ਹੈ ਕਿ ਕੁਛ ਮੰਗ ਤੂੰ। ਗਜ਼ਲ ਬੜੀ ਲੰਬੀ ਹੈ ਉਹਨਾਂ ਦੀ, ਪਰ ਮੈਂ ਇੱਕ ਪੰਕਤੀ ਤੁਹਾਨੂੰ ਸਰਵਨ ਕਰਾਣੀ ਹੈ। ਉਹ ਇਸ ਵਾਸਤੇ ਕਿਧਰੇ ਦੁਨਿਆਵੀ ਪਦਾਰਥ ਮੰਗਦਿਆਂ ਮੰਗਦਿਆਂ ਸਾਡਾ ਜੀਵਨ ਵਿਅਰਥ ਨਾ ਚਲਾ ਜਾਵੇ। ਬਸ ਇਤਨੀ ਕੁ ਮੇਰੀ ਮਨ ਦੀ ਚਾਹਤ ਹੈ। ਕਿਉਂਕਿ ਦੁਨੀਆ ਦੇ तमाम ਪਦਾਰਥ ਤੁਸੀਂ ਮੰਗੋਗੇ ਤੁਹਾਡੇ ਕਿਸੇ ਕੰਮ ਨਹੀਂ ਆਣੇ ਹਨ। ਜੋ ਕੁਝ ਵੀ ਮੰਗੋਗੇ 4 ਦਿਨ ਦਾ ਤੁਸੀਂ ਸੁੱਖ ਇਕੱਠਾ ਕਰ ਲਓਗੇ, ਅੰਤ ਨੂੰ ਤੁਹਾਨੂੰ ਫਿਰ ਮਹਿਸੂਸ ਹੋਣਾ ਹੈ ਵੀ ਇਤਨਾ ਕੁਝ ਪ੍ਰਾਪਤ ਕਰਕੇ ਵੀ ਕੁਝ ਨਹੀਂ ਮਿਲਿਆ ਸਾਨੂੰ। ਸਰੀਰ ਦੇ ਸੁੱਖ ਮਿਲ ਸਕਦੇ ਨੇ ਪਰ ਆਤਮਾ ਦੇ ਸੁੱਖ ਨਹੀਂ ਮਿਲ ਸਕਦੇ ਹਨ। ਭਾਈ ਨੰਦ ਲਾਲ ਜੀ ਨੂੰ ਮਹਾਰਾਜ ਨੇ ਆਖਿਆ ਵੀ ਨੰਦ ਲਾਲ ਸਾਡਾ ਜੀ ਕਰਦਾ ਹੈ ਕੁਝ ਮੰਗ। ਤੇ ਭਾਈ ਨੰਦ ਲਾਲ ਜੀ ਕਹਿੰਦੇ ਨੇ ਮਹਾਰਾਜ ਜਦੋਂ ਮੈਂ ਤੁਹਾਡੇ ਚਰਨਾਂ ਵਿੱਚ ਆਇਆ ਨਾ ਤੇ ਮੇਰੇ ਅੰਦਰ ਬੜੀਆਂ ਮੰਗਾਂ ਚਲਦੀਆਂ ਸਨ, ਬਹੁਤ ਮੰਗਾਂ। ਮੈਂ ਸੋਚਦਾ ਸਾਂ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਤੁੱਠਣ, ਮੇਰੇ ਤੇ ਖੁਸ਼ ਹੋਣ, ਤੇ ਮੈਂ ਆਖਾਂ ਵੀ ਸੱਚੇ ਪਾਤਸ਼ਾਹ ਸੋਨਾ ਦੇ ਦਿਓ, ਚਾਂਦੀ ਦੇ ਦਿਓ, ਹੀਰੇ ਮੋਤੀ ਦੇ ਦਿਓ, ਜ਼ਮੀਨ ਜਾਇਦਾਦ ਦੇ ਦਿਓ, ਮਾਨ ਪ੍ਰਤਿਸ਼ਠਾ ਮੇਰੀ ਝੋਲੀ ਵਿੱਚ ਪਾ ਦਿਓ। ਪਰ ਸੱਚੇ ਪਾਤਸ਼ਾਹ ਜਦੋਂ ਤੁਹਾਡੇ ਦਰਸ਼ਨ ਕੀਤੇ ਨਾ
ਹੁਣ ਕੁਝ ਮੰਗਣ ਨੂੰ ਮੇਰਾ ਜੀ ਨਹੀਂ ਕਰਦਾ ਹੈ, ਮੈਂ ਕੀ ਮੰਗਾ। ਬਾਣੀ ਵੀ ਕਹਿੰਦੀ ਹੈ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਸਾਰੀਆਂ ਭੁੱਖਾਂ ਮਿਟ ਜਾਂਦੀਆਂ ਨੇ ਕਿਹਦੇ ਨਾਲ? ਇੱਕ ਪਰਮੇਸ਼ਰ ਦੇ ਨਾਮ ਦੇ ਨਾਲ। ਤੇ ਮਹਾਰਾਜ ਨੇ ਆਖਿਆ ਵੀ ਨਹੀਂ ਨੰਦ ਲਾਲ, ਮੈਂ ਕਹਿ ਬੈਠਾ ਤੈਨੂੰ ਕੁਝ ਤੇ ਮੰਗਣਾ। ਤੇ ਭਾਈ ਸਾਹਿਬ ਦੀਆਂ ਅੱਖਾਂ ਦੇ ਵਿੱਚ ਹੰਝੂ, ਸੀਸ ਆਪਣਾ ਰੱਖ ਕੇ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ, ਤੇ ਭਾਈ ਸਾਹਿਬ ਕਹਿੰਦੇ ਨੇ ਇੱਕ ਦਾਤ ਮੇਰੀ ਝੋਲੀ ਵਿੱਚ ਪਾ ਦਿਓ। ਕਿਹੜੀ? ਭਾਈ ਸਾਹਿਬ ਕਹਿੰਦੇ ਨੇ, ਹਰ ਸਰੇ ਮੂਯਮ ਜ਼ੁਬਾਂ ਕੁਲ ਅਜ ਕਰਮ, ਤਾਂ ਬਗੋਏ ਦੁਹਸ ਬਹਕਰਾ ਦਮ ਬਾ ਦਮ। ਭਾਈ ਸਾਹਿਬ ਕਹਿੰਦੇ ਨੇ ਜਿਤਨੇ ਮੇਰੇ ਸਰੀਰ ਦੇ ਨਾਲ ਰੋਮ ਲੱਗੇ ਹੋਏ ਨੇ ਨਾ, ਰੋਮ ਕਹਿੰਦੇ ਨੇ ਇਹ ਵਾਲ, ਜਿਤਨੇ ਕੇਸ ਲੱਗੇ ਹੋਏ ਨੇ, ਵਿਦਵਾਨਾਂ ਨੇ ਇੱਕ ਸਰੀਰ ਦੇ ਨਾਲ 7 ਕਰੋੜ ਰੋਮ ਮੰਨੇ ਨੇ। ਤੇ ਭਾਈ ਸਾਹਿਬ ਕਹਿੰਦੇ ਨੇ 7 ਕਰੋੜ ਜ਼ੁਬਾਨਾਂ ਮੇਰੇ ਸਰੀਰ ਨੂੰ ਲਾ ਦਿਓ। ਤੇ ਮਹਾਰਾਜ ਬੜੇ ਮੁਸਕਰਾਏ, ਕਹਿਣ ਲੱਗੇ ਨੰਦ ਲਾਲ, ਇਤਨੀਆਂ ਜ਼ੁਬਾਨਾਂ ਦੇ ਨਾਲ ਤੂੰ ਕੀ ਕਰਨਾ ਹੈ? ਤੇ ਭਾਈ ਸਾਹਿਬ ਕਹਿੰਦੇ ਨੇ, ਹਰ ਸਰੇ ਮੂਯਮ ਜ਼ੁਬਾਂ ਕੁਲ ਅਜ ਕਰਮ, ਤਾਂ ਬਗੋਏ ਦਹਸ ਬਹਕਰਾ ਦਮ ਬਾ ਦਮ। ਹੇ ਗੁਰੂ ਗੋਬਿੰਦ ਸਿੰਘ ਮਹਾਰਾਜ, 7 ਕਰੋੜ ਜ਼ੁਬਾਨਾਂ ਦੇ ਨਾਲ ਸਵਾਸਾਂ ਦੇ ਅੰਦਰ ਬਾਹਰ ਆਉਂਦਿਆਂ ਜਾਂਦਿਆਂ, ਹੇ ਗੁਰੂ ਗੋਬਿੰਦ ਸਿੰਘ ਮਹਾਰਾਜ, ਮੈਂ ਤੇਰੇ ਨਾਮ ਦਾ ਸਿਮਰਨ ਕਰਾਂਗਾ। ਮੈਂ ਕਿਉਂ? ਜ਼ਿੰਦਗੀ ਬੜੀ ਛੋਟੀ ਹੈ, ਕਿਧਰੇ ਐਸਾ ਨਾ ਹੋਵੇ ਕਿ ਦੁਨਿਆਵੀ ਪਦਾਰਥ ਮੰਗਦਿਆਂ ਮੰਗਦਿਆਂ ਮੇਰਾ ਜੀਵਨ ਹੀ ਵਿਅਰਥ ਚਲਾ ਜਾਵੇ। ਹਮ ਭੀਖਕ ਭੇਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ, ਹੋ ਦਇਆਲ ਨਾਮ ਦੇਹੋ ਮੰਗਤ ਜਨ ਕੋ, ਸਦਾ ਰਹੋ ਰੰਗ ਰਾਤਾ। ਭਗਤ ਕਬੀਰ ਸਾਹਿਬ ਕਹਿੰਦੇ ਨੇ ਕਿ ਹੇ ਪਰਮਾਤਮਾ, ਜੋ ਸਰੀਰ ਨੂੰ ਚਲਾਉਣ ਵਾਸਤੇ ਜਿਨ੍ਹਾਂ ਵਸਤੂਆਂ ਦੀ ਬਹੁਤੀ ਲੋੜ ਪੈਂਦੀ ਹੈ, ਜਿਹਦੇ ਕਰਕੇ ਚੱਲ ਨਹੀਂ ਸਕਦਾ ਸਰੀਰ, ਬਸ ਉਹੀ ਕੁਛ ਤੇਰੇ ਕੋਲੋਂ ਮੰਗਣਾ ਹੈ। ਕੀ ਮੰਗਣਾ ਹੈ? हे परमात्मा, 2 सिर मांगो चूना, 2 किलो 2 सेर, मैनू आटा चाहिदा है जी। पाओ कियो संग लूना। और मैं हे परमात्मा वेखो रुखी रोटी भी नहीं खानी, मैं उबली हुई दाल भी नहीं खानी। वेखो कितने प्यार दे शब्द ने। वे रब्बा रोटी खानी है, किधरे ऐसा ना होवे तू सुक्की रोटी मैनू दे दवे। घ्यो दे नाल रोटी खानी है। पाओ घिओ संग लूना, पाइया मैनू घ्यो भी चाहिए ते नाल लूण भी चाहिए है जी। अध सेर मांगो दाले, और आधा किलो अध सेर मैनू दाल भी चाहिए, क्योंकि दाल तो बिना रोटी नहीं खाधी जा सकती है। मुको दोनों वक्त जिवाले। हुण वेखो इस पंक्ति दे उत्ते ध्यान देना। मोको दोनों वक्त जिवाले, परमात्मा बस सवेरे दा ते शाम दा मेरा गुजारा हो जावे, बस इतनी मेरी दात झोली विच पा दवी जी। हाट मांगो चौपाई। और कबीर साहब कहंदे ने, रब्बा मैं थल्ले भी नहीं हो सोना, आखिर है तो मैं तेरा सेवक ही आ ना। खाट मांगो चौपाई, 4 पावियां वाली एक खाट, मंजा भी मैनू बख्शिश करी। सिरहाना आवर तुलाई। किधरे ऐसा ना होवे निरा मंजा ही दे दवे ते मैनू चुभदा रवे। मैनू तलाई भी चाहिए ते सराहना भी चाहिए है जी। ऊपर का मांगो खींधा। ठंड विच किधरे मैं कमदा ही ना रह जावां, उपर लैण वास्ते मैनू रजाई भी चाहिए है जी। तेरी भगत करा जान थींधा। हुण वेखो मंग ते मंगी है, पर मूल जो भगत जी का ध्यान है, वो भगत जी कहते ने भी हे परमात्मा, इतनियां चीज़ां तू मैनू दे दे जो मैनू रोजाना दियां लोड़ां पूरियां करदी है, फिर मैं तेरी प्रेम दे विच भिज के हे परमात्मा भगत करूं तेरी थींदा। प्रेमा भगती दे विच भिज के हे परमात्मा मैं तेरी भगती करांगा। देखो प्रेम तो बिना खेड़ नहीं बनती। 10वें पातशाह के चरणों में असीं बैठे हाँ। महाराज ने एको ही गल कीती है, जे रब की प्राप्ति करनी है, साच कहो सुन लेहो सभै, जिन प्रेम कियो
ਤਿਨ ਹੀ ਪ੍ਰਭ ਪਾਇਓ। ਮੈਂ ਨਾਹੀ ਕੀਤਾ ਲੱਭੋ। ਵੇਖੋ ਮਹਾਰਾਜ ਨੂੰ ਕਹਿ ਰਹੇ ਨੇ ਵੀ ਹੇ ਨਿਰੰਕਾਰ, ਮੈਂ ਲੋਭ ਨਹੀਂ ਕੀਤਾ, ਸਿਰਫ ਰੋਜ਼ਾਨਾ ਦੀ ਜੋ ਜ਼ਰੂਰਤ ਮੇਰੀ ਹੈ ਨਾ, ਬਸ ਉਹੀ ਮੰਗਿਆ ਵੇ। ਕਦੀ ਆਪਣੇ ਅੰਦਰ ਝਾਤ ਮਾਰ ਕੇ ਦੇਖੋ, 7 ਪੀੜ੍ਹੀਆਂ ਸਾਡੀਆਂ ਬਹਿ ਕੇ ਖਾ ਲੈਣ, ਫਿਰ ਵੀ ਰੱਬ ਦੇ ਅੱਗੇ ਗਿਲਾ ਸ਼ਿਕਵਾ ਕਰਦੇ ਪਿਆ, ਰੱਬਾ ਤੂੰ ਸਾਨੂੰ ਦਿੱਤਾ ਹੀ ਕੀ ਹੈ। ਫਿਰ ਵੀ ਮੰਗੀ ਜਾਂਦੇ ਆ। ਜਿਹੜਾ 100 ਕਮਾਉਂਦਾ ਉਹਨੂੰ 100 ਦੀ ਚਿੰਤਾ, ਜੋ 500 ਕਮਾਉਂਦਾ ਉਹਨੂੰ 500 ਦੀ, 1000 ਵਾਲੇ ਨੂੰ 1000 ਦੀ, ਲੱਖ ਵਾਲੇ ਨੂੰ ਲੱਖ ਦੀ ਚਿੰਤਾ ਹੈ, ਕਰੋੜ ਵਾਲੇ ਨੂੰ ਕਰੋੜ ਦੀ ਚਿੰਤਾ। ਔਰ ਇਹ ਚਿੰਤਾ ਕਦੀ ਮੁੱਕਦੀ ਨਹੀਂ ਰੱਬ ਬੰਦੇ ਦੀ। ਪਰ ਭਗਤ ਕਬੀਰ ਸਾਹਿਬ ਕਹਿੰਦੇ ਨੇ ਬਸ ਦੋਨੋਂ ਵਕਤ ਦਾ ਮੇਰਾ ਜਿਹੜਾ ਸਮਾਂ ਹੈ ਨਾ, ਇਹ ਨਿਕਲ ਜਾਵੇ ਪ੍ਰਮਾਤਮਾ। ਮੈਂ ਲੋਭ ਨਹੀਂ ਕੀਤਾ, ਜਿਤਨਾ ਮੇਰੀ ਜ਼ਰੂਰਤ ਸੀ ਸਿਰਫ ਇਤਨਾ ਹੀ ਮੰਗਿਆ ਹੈ ਜੀ। ਇੱਕ ਨਾਉ ਤੇਰਾ ਮੈਂ ਫੱਬੋ। ਹੁਣ ਲੋਭ ਕੀਤਾ ਨਹੀਂ ਹੈ, ਮੂਲ ਮੇਰਾ ਧਿਆਨ ਤੇਰੇ ਨਾਮ ਦੇ ਵਿੱਚ ਹੈ। ਬਸ ਤੇਰਾ ਨਾਮ ਮੈਂ ਜਪਦਾ ਰਹਾ। ਕਿਧਰੇ ਐਸਾ ਨਾ ਹੋਵੇ ਕਿ ਸਰੀਰ ਮੇਰਾ ਦੁਨਿਆਵੀ ਪਦਾਰਥਾਂ ਵੱਲ ਦੌੜਦਾ ਹੋਵੇ, ਮਨ ਮੇਰਾ ਜੁੜੇ ਨਾ। ਇਹ ਦੁਨੀਆ ਦੀਆਂ ਜਿਹੜੀਆਂ ਰੋਜ਼ਾਨਾ ਦੀਆਂ ਜ਼ਰੂਰਤਾਂ ਨੇ ਮੇਰੀ ਝੋਲੀ ਵਿੱਚ ਪਾ ਦੇ, ਬਸ ਫਿਰ ਮੇਰਾ ਪ੍ਰੇਮ ਤੇਰੇ ਨਾਮ ਦੇ ਨਾਲ ਹੈ ਜੀ। ਕਹੇ ਕਬੀਰ ਮਨ ਮਾਨਿਆ। ਕਬੀਰ ਸਾਹਿਬ ਕਹਿੰਦੇ ਨੇ ਕਹੇ ਕਬੀਰ ਮਨ ਮਾਨਿਆ। ਕਬੀਰ ਸਾਹਿਬ ਕਹਿੰਦੇ ਨੇ ਪ੍ਰਮਾਤਮਾ ਜਦੋਂ ਮੈਂ ਤੇਰੀ ਕੁਦਰਤ ਨੂੰ ਵੇਖਿਆ ਨਾ, ਤਾਂ ਮੇਰਾ ਮਨ ਮੰਨ ਗਿਆ ਹੈ। ਮੈਂ ਅਰਜ਼ ਕੀਤੀ ਸੀ ਕਿ ਜੇ ਮਨ ਮੰਨੇ ਤਾਂ ਪਰਮਾਤਮਾ ਹੈ, ਜੇ ਮਨ ਨਾ ਮੰਨੇ ਤਾਂ ਕੋਈ ਪਰਮਾਤਮਾ ਨਹੀਂ ਹੈ। ਮਨ ਮੰਨੇ ਤਾਂ ਪਿਓ ਪਿਓ ਹੈ, ਮਨ ਨਾ ਮੰਨੇ ਤਾਂ ਕੋਈ ਪਿਓ ਨਹੀਂ ਹੈ। ਮਨ ਮੰਨੇ ਤਾਂ ਪਰਿਵਾਰ ਹੈ, ਮਨ ਨਾ ਮੰਨੇ ਤਾਂ ਕੋਈ ਪਰਿਵਾਰ ਨਹੀਂ ਹੈ। ਮਨ ਸਾਡਾ ਦੁਨਿਆਵੀ ਪਦਾਰਥਾਂ ਨੂੰ ਵੀ ਮੰਨਦਾ ਹੈ। ਮਨ ਸਾਡਾ ਮਾਂ ਨੂੰ ਵੀ ਮੰਨ ਲੈਂਦਾ ਹੈ, ਪਿਓ ਨੂੰ ਮੰਨ ਲੈਂਦਾ ਹੈ, ਭਰਾ ਨੂੰ ਮੰਨ ਲੈਂਦਾ ਹੈ, ਭੈਣ ਨੂੰ ਮੰਨ ਲੈਂਦਾ ਹੈ, ਤਮਾਮ ਰਿਸ਼ਤੇਦਾਰੀਆਂ ਨੂੰ ਮੰਨ ਲੈਂਦਾ ਹੈ, ਧਨ ਦੌਲਤ ਨੂੰ ਮੰਨ ਲੈਂਦਾ ਹੈ, ਦੁਨੀਆ ਦੇ ਤਮਾਮ ਪਦਾਰਥਾਂ ਨੂੰ ਮਨ ਮੰਨ ਲੈਂਦਾ ਹੈ। ਮਨ ਅਗਰ ਨਹੀਂ ਮੰਨਦਾ ਤਾਂ ਇੱਕ ਪਰਮਾਤਮਾ ਨੂੰ ਨਹੀਂ ਮੰਨਦਾ ਹੈ। ਜਿਹੜਾ ਮੰਨ ਲੈਂਦਾ ਨਾ, ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿੰਦੇ ਨੇ ਉਹ ਇਤਨਾ ਮਹਾਨ ਹੋ ਜਾਂਦਾ ਹੈ, ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੇ ਪਿਛੇ ਪਛਤਾਏ। ਉਹ ਇਤਨਾ ਮਹਾਨ ਹੋ ਜਾਂਦਾ ਹੈ ਕਿ ਉਹਦੀ ਉਸਤਤ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਨੇ ਵੀ ਮੈਂ ਵੀ ਨਹੀਂ ਕਰ ਸਕਦਾ, ਉਹ ਇਤਨਾ ਮਹਾਨ ਹੋ ਜਾਂਦਾ ਹੈ। ਤਾਂ ਕਿਆ ਸਾਡੇ ਮਨ ਨੇ ਪਰਮਾਤਮਾ ਨੂੰ ਮੰਨਿਆ ਹੈ? ਮੇਰੇ ਉਸਤਾਦ ਕਹਿੰਦੇ ਸਨ ਕਿ ਮਨ ਮੰਨਦਾ ਨਹੀਂ, ਮਨ ਮੰਗਦਾ ਵੇ। ਅਸੀਂ ਮੰਨਣ ਕਰਕੇ ਗੁਰੂ ਦੇ ਚਰਨਾਂ ਵਿੱਚ ਨਹੀਂ ਆਏ, ਅਸੀਂ ਗੁਰੂ ਕੋਲੋਂ ਕੁਝ ਮੰਗਣਾ ਹੈ, ਇਸ ਵਾਸਤੇ ਅਸੀਂ ਆਏ ਹਾਂ। ਜੇ ਮੰਨ ਲਈਏ ਫਿਰ ਤਾਂ ਮੰਗਣ ਦੀ ਕੋਈ ਲੋੜ ਹੀ ਨਹੀਂ। ਕਿਆ ਰੱਬ ਨੂੰ ਨਹੀਂ ਪਤਾ ਵੀ ਸਾਨੂੰ ਕੀ ਦੇਣਾ? ਮੈਂ ਇੱਕ ਮਾਂ ਹੁੰਦੀ ਹੈ ਨਾ, ਉਹਨੂੰ ਪਤਾ ਹੁੰਦਾ ਮੇਰੇ ਬੱਚੇ ਦੀ ਕੀ ਲੋੜ ਹੈ, ਮੈਂ ਬੱਚੇ ਨੂੰ ਕੀ ਦੇਣਾ। ਇੱਕ ਮਾਂ ਨੂੰ ਅਗਰ ਬੱਚੇ ਦਾ ਪਤਾ ਹੈ ਤਾਂ ਉਹ ਜੋ ਸਾਰੇ ਜਗਤ ਦੀ ਮਾਂ ਹੈ ਪਰਮਾਤਮਾ, ਕਿਆ ਉਸ ਰੱਬ ਨੂੰ ਨਹੀਂ ਪਤਾ ਵੀ ਮੈਂ ਆਪਣੇ ਬੱਚੇ ਨੂੰ ਕੀ ਦੇਣਾ? ਪਰ ਸਾਡਾ ਮਨ ਮੰਨਦਾ ਹੀ ਨਹੀਂ ਹੈ। ਬਾਣੀ ਪੜ੍ਹੀ ਜਾਂਦੇ ਆ, ਨਾ ਕਰ ਚਿੰਤ ਚਿੰਤਾ ਹੈ ਕਰਤੇ। ਤੂੰ ਚਿੰਤਾ ਨਾ ਕਰ, ਚਿੰਤਾ ਤੇਰੀ ਕਰਤਾ ਪੁਰਖ ਨੂੰ ਹੈ। ਪਰ ਅਸੀਂ ਮੰਨਦੇ ਨਹੀਂ ਹਾਂ, ਅਸੀਂ ਮੰਗਦੇ ਹਾਂ। ਕਬੀਰ ਸਾਹਿਬ ਕਹਿੰਦੇ ਨੇ ਕਿ ਮੇਰੇ ਮਨ ਨੇ ਮੰਨ ਲਿਆ, ਇਹ ਪ੍ਰਮਾਤਮਾ ਤੂੰ ਹਰ ਜਗ੍ਹਾ ਤੇ ਮੌਜੂਦ ਹੈ ਜੀ। ਮਨ ਮਾਨਿਆ ਤਾ ਹਰ ਜਾਣਿਆ। ਜਿਹਦੇ ਮਨ ਨੇ ਪ੍ਰਮਾਤਮਾ ਨੂੰ ਮੰਨ ਲਿਆ, ਸਮਝ ਲਓ ਕਿ ਉਸੇ ਨੇ ਹੀ ਪ੍ਰਮਾਤਮਾ ਨੂੰ ਜਾਣ ਲਿਆ ਹੈ। ਮਨ ਮੰਨੇ ਨਾ, ਸਮਝ ਲਓ ਅਸੀਂ ਰੱਬ ਨੂੰ ਅਜੇ ਜਾਣਿਆ ਹੀ ਨਹੀਂ ਹੈ। ਤੇ ਜਿਹੜੇ ਜਾਣ ਲੈਂਦੇ ਨਾ, ਉਹ ਤੇ ਫਿਰ ਕਬੀਰ ਸਾਹਿਬ ਕਹਿੰਦੇ ਨੇ ਦੋਏ ਦੋਏ ਲੋਚਨ ਪੇਖਾਂ, ਹਉ ਹਰ ਬਿਨ ਅਵਰ ਨਾ ਦੇਖਾਂ। ਮੈਂ ਦੇਖਦਾ ਪ੍ਰਮਾਤਮਾ ਹਰ ਜਗ੍ਹਾ ਤੇ ਮੌਜੂਦ ਹੈ, ਪਰ ਉਹ ਕਿਵੇਂ ਮਿਲਦਾ ਹੈ? ਪ੍ਰੇਮਾ ਭਗਤੀ ਦੇ ਨਾਲ ਮਿਲਦਾ ਹੈ। ਮੰਗਣਾ ਜ਼ਰੂਰ ਹੈ ਰੱਬ ਕੋਲੋਂ,
पर मंगना की है हम पीखक पेखारी तेरे, तू निज पत है दाता ओहो दयाल, नाम देहो मंगत जन को सदा रहो रंगराता। एक परमेश्वर दे नाम दी दात असी मंगीए, एक परमेश्वर दा नाम मिल जावे, बाकी सारियां वस्तां गुरु आपे ही साड़ी झोली दे विच पा दिंदा है। भगत कबीर साहब ने जो कुछ मंगिया ना, ये सिर्फ सारा दिन दी लोड़ दे मुताबक, और लोभ नहीं कीता। अपने अपने अंदर झात मारना, असी कितना लोभ करते हैं। 10 रुपये पा के ना गोलक दे विच एक लंबी लिस्ट गुरु दे अगे रख दिंदे आ, 10 रुपये तैनू दे दिते, हुण सारा काम तू करना ही। ते जे महाराज आखण भी तू भी कुछ कर लै, बंदा आखदा मेरे कोल टाइम नहीं जपजी साहब पढ़न दा, ना मेरे कोल टाइम है सत्संग करन दा, ना मैं तेरे नाम दी माला ही फेर सकदा वां। 10 रुपये दिते ने, सारे काम हुण तू कर। महाराज कहंदे ने कितना लोभ बंदा करदा है, सतिया मन संतोख उपजे, देने के विचार दे दे मंगे सहसा गुणा, सोभ करे संसार। थोड़ा जा दे के हज़ारां गुणा वध असी मंगदे हां। भगत कबीर साहब जी दे इस पावन शब्द दी विचार साडे हिरदे विच वसे। मेरे ते भी गुरु कृपा करे, मैनू भी इस पावन शब्द दे विच जो उपदेश है उसकी प्राप्ति हो सके। भुल्लां चुक्कां दी क्षमा। बारंबार सिंह साहिबान होर ग्रंथी साहिबान दा, प्रबंधक सज्जणा का भी कोटान कोट धन्यवाद है, जिन्हों ने गुरु चरनां दे विच बैठण दा समा दास की झोली विच पाया है। कल भी दास ने तुहाडे चरण परसने हैं। आओ आखिरी पंक्तियां दा पाठ आपां सरवण करिए, उपरंत फिर समाप्ति है जी। मैं नाही कीता लबो, इक नाव तेरा मैं फबो, कहे कबीर मन मानिया, मन मानिया तो हर जानिया। वाहिगुरु जी का खालसा, वाहिगुरु जी की फतेह। हे अच्युत हे पार ब्रह्म अविनाशी अविनाश, हे पूरन हे सर्वमय प्रकाश, हे संजीव निरंकार, हे निर्गुण सब टेका, हे गोविंद हे गुण निधान, जाकै सदा विवेक, हे अपना मन हर हरे आए पियो अनहार, हे सदा संग निधान।